Hello dear aspirants, I welcome you all in this beautiful platform of Verma Academy. So ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਆਪਣੇ ਇਸ ਪਲੇਟਫਾਰਮ ਦੇ ਉੱਤੇ ਤੁਹਾਡੇ ਲਈ ਫ੍ਰੀ ਆਫ ਕਾਸਟ ਹਰ ਇੱਕ ਟੌਪਿਕ ਦਾ ਜਿਹੜਾ ਕੰਟੈਂਟ ਹੈ ਉਹ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਤਾਂ ਕਿ ਤੁਸੀਂ ਆਪਣੀ ਹਰ ਇੱਕ ਐਗਜ਼ਾਮ ਭਾਵੇਂ ਤੁਸੀਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਹਨਾਂ ਦੇ ਵਿੱਚ ਬੈਨੀਫਿਟ ਹੈ ਜਿਹੜਾ ਉਹ ਲੈ ਸਕੋ ਤੇ ਤੁਹਾਡੇ ਜਿਹੜੇ ਕੰਸੈਪਟ ਹੈ ਉਹ ਕਲੀਅਰ ਹੋਣਗੇ ਤਾਂ ਕਿ ਤੁਸੀਂ ਇਹ ਜਿਹੜਾ ਪੇਪਰ ਦੇ ਵਿੱਚ ਉਹਨਾਂ ਨੂੰ ਅਟੈਂਪਟ ਕਰ ਸਕੋਗੇ। ਤਾਂ ਹਾਂਜੀ ਆਪਾਂ ਜਿਹੜਾ ਇੰਗਲਿਸ਼ ਦੇ ਵਿੱਚ ਸਟਾਰਟ ਕੀਤਾ ਸੀ ਟੌਪਿਕ ਜੋ ਕਿ ਆਪਣਾ ਐਗਜ਼ੈਕਟਿਵ ਦਾ ਸੀ ਉਹਦੇ ਵਿੱਚ ਆਪਾਂ ਪ੍ਰੈਕਟਿਸ ਕਲਾਸ ਸੀ ਜਿਹੜੀ ਆਪਣੀ ਲਾਸਟ ਕਲਾਸ ਦੇ ਵਿੱਚ ਕਰ ਚੁੱਕੇ ਹਾਂ। ਅੱਜ ਆਪਣਾ ਨਵਾਂ ਟੌਪਿਕ ਸਟਾਰਟ ਕਰਨਾ ਹੈ ਉਹ ਟੌਪਿਕ ਹੈ ਜੀ ਤੁਹਾਡਾ ਅਡਵੋ। ਤਾਂ ਆਈ ਹੋਪ ਤੁਸੀਂ ਪਿੱਛੇ ਵਾਲੇ ਟੌਪਿਕ ਹੈ ਜਿਹੜੇ ਉਹ ਕਵਰ ਕੀਤੇ ਹੋਣਗੇ ਕਿਉਂਕਿ ਅੱਜ ਤੱਕ ਜਿੰਨੇ ਆਪਾਂ ਟੌਪਿਕ ਕਰ ਚੁੱਕੇ ਹਾਂ ਉਹ ਆਪਣਾ ਨਾउन ਵੀ ਕੰਪਲੀਟ ਹੋ ਚੁੱਕਿਆ ਹੈ। ਆਪਾਂ ਪ੍ਰਨਾउन ਦਾ ਟੌਪਿਕ ਵੀ ਕੰਪਲੀਟ ਕਰ ਚੁੱਕੇ ਹਾਂ ਤੇ ਲਾਸਟ ਆਪਣਾ ਜਿਹੜਾ ਟੌਪਿਕ ਹੋਇਆ ਸੀ ਉਹ ਸੀ ਜੀ ਐਡਜੈਕਟਿਵ ਦਾ ਤੇ ਐਡਜੈਕਟਿਵ ਦੇ ਵਿੱਚ ਵੀ ਆਪਾਂ ਕੀ ਆ ਉਸਦੇ ਸਾਰੇ ਕਨਸੈਪਟਸ ਜਿਹੜੇ ਉਹ ਡਿਸਕਸ ਕੀਤੇ ਸੀ ਪਲੱਸ ਉਹਦੀ ਪ੍ਰੈਕਟਿਸ ਕਲਾਸ ਵੀ ਹੈ ਜਿਹੜੀ ਆਪਾਂ ਉਹ ਲਗਾ ਚੁੱਕੇ ਹਾਂ। ਤਾਂ ਜਿਨ੍ਹਾਂ ਸਟੂਡੈਂਟਸ ਨੇ ਉਹ ਵਾਲੇ ਟੌਪਿਕ ਕੰਪਲੀਟ ਨਹੀਂ ਕੀਤੇ ਸੋ ਆਈ ਰਿਕੁਐਸਟ ਕਿ ਤੁਸੀਂ ਇਹ ਜਿਹੜਾ ਉਹ ਪਹਿਲਾ ਟੌਪਿਕ ਕੰਪਲੀਟ ਕਰ ਲੈਣਾ ਤਾਂ ਜੋ ਤੁਹਾਡੇ ਜਿਹੜੇ ਉਹਨਾਂ ਨਾਲ ਰਿਲੇਟਡ ਕੋਈ ਵੀ ਡਾਊਟ ਹੈ ਨਾ ਰਹਿ ਜਾਣ ਤੇ ਤੁਹਾਡੇ ਕਨਸੈਪਟ ਹੈ ਜਦੋਂ ਕਲੀਅਰ ਹੋ ਸਕਣ ਤੇ ਤੁਸੀਂ ਆਪਣੇ ਪੇਪਰਸ ਦੇ ਵਿੱਚ ਉਹਦੇ ਤੋਂ ਵੱਧ ਤੋਂ ਵੱਧ ਜਿਹੜਾ ਲਾਹਾ ਲੈ ਸਕੋ ਤੇ ਬੈਨੀਫਿਟ ਹੈ ਜਿਹੜਾ ਉਹ ਲੈ ਸਕੋ। ਕਲਾਸ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਟੈਲੀਗ੍ਰਾਮ ਗਰੁੱਪ ਬਾਰੇ ਥੋੜਾ ਜਿਹਾ ਜਾਣਕਾਰੀ ਦੇ ਦਈਏ ਤਾਂ ਆਪਣਾ ਜਿਹੜਾ ਹੈਗਾ ਚੈਨਲ ਦਾ ਇੱਕ ਟੈਲੀਗ੍ਰਾਮ ਗਰੁੱਪ ਬਣਿਆ ਹੋਇਆ ਹੈ ਜਿਹਦੇ ਉੱਤੇ ਤੁਹਾਨੂੰ ਹਰ ਇੱਕ ਚੀਜ਼ ਦੇ ਬਾਰੇ ਨੋਟੀਫਿਕੇਸ਼ਨ ਦਿੱਤੀ ਜਾਂਦੀ ਹੈ। ਤਾਂ ਸਿੰਪਲ ਚੀਜ਼ ਆਈ ਹੁੰਦੀ ਹੈ ਕਿ ਜਦੋਂ ਵੀ ਆਪਾਂ ਕੋਈ ਚੀਜ਼ ਜੁਆਇਨ ਕਰ ਰਹੇ ਤਾਂ ਉਹਦਾ ਬੈਨੀਫਿਟ ਦੇਖਦੇ ਹੁੰਦੇ ਆ ਤਾਂ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਕੀ ਬੈਨੀਫਿਟ ਹੋਣਗੇ ਤਾਂ ਸਭ ਤੋਂ ਪਹਿਲਾਂ ਆਪਾਂ ਇਹ ਚੀਜ਼ ਦੇਖਦੇ ਹਾਂ। ਹਾਂਜੀ ਤਾਂ ਤੁਹਾਨੂੰ ਜਿਹੜੀਆਂ ਵੀ ਨੋਟੀਫਿਕੇਸ਼ਨ ਆਉਣ ਇੰਪੋਰਟੈਂਟ ਨੋਟੀਫਿਕੇਸ਼ਨ ਕਿਸੇ ਐਗਜ਼ਾਮ ਨਾਲ ਰਿਲੇਟਡ ਹੈ ਜਾਂ ਫਿਰ ਤੁਹਾਡੇ ਕਿਸੇ ਕਲਾਸ ਦੇ ਅਪਲੋਡ ਵਗੈਰਾ ਕਰਨ ਦੇ ਨਾਲ ਰਿਲੇਟਡ ਹੈ ਤਾਂ ਉਹ ਜਿਹੜੀ ਹੈਗੀ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ ਹੈ ਜਿਹੜੀ ਉਹ ਮਿਲ ਜੇਗੀ। ਸੈਕਿੰਡ ਜੀ ਜਿਹੜੇ ਵੀ ਆਪਣੇ YouTube ਦੇ ਉੱਤੇ ਸੈਸ਼ਨ ਹੁੰਦੇ ਆ ਤਾਂ ਉਹਨਾਂ ਦੇ ਜਿਹੜੇ ਵੀ ਨੋਟਸ ਹੁੰਦੇ ਆ ਐਨੋਟੇਸ਼ਨ ਫਾਈਲਸ ਹੁੰਦੀਆਂ ਉਹ ਤੁਹਾਡੀਆਂ ਇਸ ਗਰੁੱਪ ਦੇ ਵਿੱਚ ਆ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ। ਸੋ ਕੁਝ ਕੁ ਸਟੂਡੈਂਟ ਤਾਂ ਹੁੰਦੇ ਆ ਜੋ ਆਪਣੇ ਨੋਟਸ ਆ ਜਿਹੜੇ ਆਪਣੇ ਆਪ ਤਿਆਰ ਕਰ ਲੈਂਦੇ ਆ ਹੈਂਡ ਰਿਟਨ ਨੋਟਸ ਬਣਾਉਂਦੇ ਆ ਤਾਂ ਉਹਦਾ ਵੈਲ ਐਂਡ ਗੁੱਡ ਤੇ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਬਟ ਕਈ ਵਾਰ ਕੀ ਹੁੰਦਾ ਆਪਣੇ ਕੋਲ ਟਾਈਮ ਨਹੀਂ ਹੁੰਦਾ ਆਪਾਂ ਨੋਟਸ ਨਹੀਂ ਬਣਾ ਪਾਉਂਦੇ ਤਾਂ ਤੁਹਾਨੂੰ YouTube ਦੇ ਜਿੰਨੇ ਵੀ ਸੈਸ਼ਨ ਕਰਵਾਏ ਜਾਂਦੇ ਆ ਉਹਨਾਂ ਦੇ ਆਪਾਂ ਕਹਿ ਲਓ ਐਨੋਟੇਸ਼ਨ ਫਾਈਲ ਵਾਲੇ ਨੋਟਸ ਆ ਜਿਹੜੇ ਟੈਲੀਗ੍ਰਾਮ ਗਰੁੱਪ ਦੇ ਉੱਪਰ ਅਪਲੋਡ ਕੀਤੇ ਜਾਂਦੇ ਆ ਤਾਂ ਤੁਸੀਂ ਉੱਥੋਂ ਜਿਹੜਾ ਉਸ ਚੀਜ਼ ਦੇ ਪ੍ਰਿੰਟ ਆਊਟ ਵੀ ਲੈ ਸਕਦੇ ਹੋ ਪਲੱਸ ਹੈ ਜਿਹੜਾ ਉੱਥੋਂ ਆਪਣੀ ਰਿਵੀਜ਼ਨ ਕਰ ਸਕਦੇ ਹੋ। ਥਰਡ ਮੋਸਟ ਇੰਪੋਰਟੈਂਟ ਥਿੰਗ ਤੁਸੀਂ ਆਪਣੇ ਜਿਹੜੇ ਵੀ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਹਦੇ ਨਾਲ ਰਿਲੇਟਡ ਜਿੰਨੇ ਵੀ ਕੁਇਜ਼ ਹੁੰਦੇ ਆ ਜਾਂ ਆਪਣੇ ਪੋਲਸ ਹੁੰਦੇ ਆ ਉਹ ਤੁਹਾਨੂੰ ਇਸ ਟੈਲੀਗ੍ਰਾਮ ਗਰੁੱਪ ਦੇ ਉੱਤੇ ਮੁਹੱਈਆ ਕਰਾਏ ਜਾਂਦੇ ਆ ਪ੍ਰੋਵਾਈਡ ਕਰਵਾਏ ਜਾਂਦੇ ਆ ਤਾਂ ਤੁਸੀਂ ਉਹ ਵਾਲੀ ਚੀਜ਼ਾਂ ਜਿਹੜੀ ਉਹ ਵੀ ਇੱਥੋਂ ਬੈਨੀਫਿਟ ਹੈ ਜਿਹੜਾ ਇਹਦਾ ਲੈ ਸਕਦੇ ਹੋ। ਹਾਂਜੀ ਤਾਂ ਹੁਣ ਟੈਲੀਗ੍ਰਾਮ ਗਰੁੱਪ ਦਾ ਲਿੰਕ ਕਿੱਥੋਂ ਮਿਲੇਗਾ ਤਾਂ ਚੈਨਲ ਦੇ ਕਲਾਸ ਦੇ ਜਿੱਥੇ ਹੁਣ ਆਪਣੀ ਕਲਾਸ ਚੱਲ ਰਹੀ ਹੈ ਤਾਂ ਉਹਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਇੱਕ ਲਿੰਕ ਮਿਲੇਗਾ ਟੈਲੀਗ੍ਰਾਮ ਗਰੁੱਪ ਦਾ ਤੇ ਤੁਸੀਂ ਉੱਥੋਂ ਟੈਲੀਗ੍ਰਾਮ ਗਰੁੱਪ ਹੈ ਜਿਹੜਾ ਉਹ ਜੁਆਇਨ ਕਰ ਸਕਦੇ ਹੋ। ਸੈਕਿੰਡ ਚੀਜ਼ ਤੁਹਾਡੇ ਕੋਲ ਇਹਦਾ ਸਕੈਨਰ ਦਿਖ ਰਿਹਾ ਤਾਂ ਤੁਸੀਂ ਸਕੈਨ ਕਰਕੇ ਵੀ ਇਹ ਜਿਹੜਾ ਟੈਲੀਗ੍ਰਾਮ ਗਰੁੱਪ ਆ ਉਹ ਜੁਆਇਨ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਜਿਹੜਾ ਇਹ ਚੀਜ਼ਾਂ ਦਾ ਬੈਨੀਫਿਟ ਆ ਉਹ ਮਿਲ ਜੇ। ਹਾਂਜੀ ਤਾਂ ਅੱਜ ਆਪਾਂ ਸਟਾਰਟ ਕਰਦੇ ਹਾਂ ਆਪਣੀ ਐਡਵੋਕ ਦੀ ਫਰਸਟ ਕਲਾਸ ਬਿਕਾਜ਼ ਆਪਾਂ ਜਿਹੜੇ ਪਿੱਛੇ ਟੌਪਿਕ ਕੀਤੇ ਆ ਉਹ ਆਪਣੇ ਕੰਪਲੀਟ ਹੋ ਚੁੱਕੇ ਆ। ਫੋਰਥ ਟੌਪਿਕ ਹੈ ਜਿਹੜਾ ਆਪਾਂ ਗ੍ਰਾਮਰ ਦੇ ਵਿੱਚ ਸਟਾਰਟ ਕਰਨ ਜਾ ਰਹੇ ਹਾਂ ਦੈਟ ਇਜ਼ ਐਡਵੋਕ। ਤਾਂ ਸਟਾਰਟ ਕਰਾਂਗੇ ਵਿਦ ਇਟਸ ਡੈਫੀਨੇਸ਼ਨ। ਹਾਂਜੀ ਤਾਂ ਸਕਰੀਨ ਦੇ ਉੱਤੇ ਤੁਹਾਨੂੰ ਡੈਫੀਨੇਸ਼ਨ ਸ਼ੋ ਹੋ ਰਹੀ ਹੈ। ਐਡਵਰਬ ਦੀ ਡੈਫੀਨੇਸ਼ਨ ਕੀ ਹੈ ਬੇਸਿਕਲੀ ਐਡਵਰਬ ਹੁੰਦਾ ਕੀ ਹੈ ਆਪਾਂ ਪੰਜਾਬੀ ਦੇ ਵਿੱਚ ਵਰਡ ਯੂਜ਼ ਕਰ ਲੈਂਦੇ ਹਾਂ ਜੀ ਇਹਦੇ ਵਾਸਤੇ ਕਿਰਿਆ ਵਿਸ਼ੇਸ਼ਣ ਪੰਜਾਬੀ 'ਚ ਆਪਾਂ ਕਹਿ ਦਿੰਦੇ ਹਾਂ ਇਹਨੂੰ ਕਿਰਿਆ ਵਿਸ਼ੇਸ਼ਣ ਬਟ ਇੱਥੇ ਤੁਹਾਡੇ ਕੋਲੇ ਐਡਵਰਬ ਹੈ ਜਿਹੜਾ ਮੀਨਿੰਗ ਹੁਣ ਬੇਸਿਕਲੀ ਆਪਾਂ ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਆ ਵੀ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਤੁਹਾਡਾ ਐਡਵਰਬ ਬਟ ਜਾਂ ਆਪਾਂ ਕਹਿ ਲਓ ਕਿਰਿਆ ਵਿਸ਼ੇਸ਼ਣ ਹੈ ਬਟ ਹੁਣ ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਕਹੀਏ ਤਾਂ ਇਹ ਸਿਰਫ ਵਰਬ ਦੀ ਹੀ ਕੁਆਲਿਟੀ ਨਹੀਂ ਸ਼ੋ ਕਰਦਾ। ਐਡਵਰਬ ਦਾ ਯੂਜ਼ ਸਿਰਫ ਵਰਬ ਦੇ ਲਈ ਹੀ ਯੂਜ਼ ਨਹੀਂ ਕੀਤਾ ਜਾਂਦਾ ਇਹਦਾ ਯੂਜ਼ ਹੈ ਜਿਹੜਾ ਆਪਾਂ ਐਡਜੈਕਟਿਵ ਦੇ ਲਈ ਵੀ ਕਰਦੇ ਹਾਂ ਪਲੱਸ ਐਡਵਰਬ ਦੇ ਲਈ ਵੀ ਐਡਵਰਬ ਹੈ ਜਿਹੜਾ ਯੂਜ਼ ਕੀਤਾ ਜਾ ਸਕਦਾ। ਫੋਰ ਐਗਜ਼ਾਮਪਲ ਆਪਾਂ ਦੇਖੋ ਅ ਵਰਡ that adds more information about place time manner cause or degree to a verb adjective or a phrase or another adverb is called adverb। ਤਾਂ ਹੁਣ adverb ਕੀ ਹੁੰਦਾ ਹੈ ਕੋਈ ਇਹੋ ਜਿਹਾ word ਹੁੰਦਾ ਹੈ ਜਿਹੜਾ ਕਿ ਜ਼ਿਆਦਾ ਇਨਫੋਰਮੇਸ਼ਨ ਹੈ ਜਿਹੜੀ ਐਡ ਕਰਦਾ ਜਾਂ ਸਿੰਪਲ ਤੁਸੀਂ ਕਹਿ ਸਕਦੇ ਹੋ ਕਿਸੇ ਚੀਜ਼ ਦੀ ਕੁਆਲਿਟੀ ਨੂੰ ਹੈ ਜਿਹੜਾ ਸ਼ੋ ਕਰਦਾ ਹੈ ਉਹ ਕੁਆਲਿਟੀ ਹੈ ਜਿਹੜੀ verb ਦੀ ਵੀ ਸ਼ੋ ਕਰ ਸਕਦਾ ਹੈ ਕਿਸੇ ਐਡਜੈਕਟਿਵ ਦੀ ਵੀ ਸ਼ੋ ਕਰ ਸਕਦਾ ਹੈ ਕੋਈ ਹੋਰ ਫਰੇਜ਼ ਵੀ ਹੋ ਸਕਦੀ ਹੈ ਜਾਂ ਫਿਰ ਆਪਾਂ ਸਿੰਪਲੀ ਕਹਿ ਸਕਦੇ ਹਾਂ ਕੋਈ ਐਡਵਰਬ ਦੇ ਵੀ ਕੁਆਲਿਟੀ ਹੈ ਜਿਹੜਾ ਸ਼ੋ ਕਰਦਾ ਉਹ ਵਰਡ ਹੋ ਸਕਦਾ ਜਿਵੇਂ ਆਪਾਂ ਪਿੱਛੇ ਐਡਜੈਕਟਿਵ ਕਰਕੇ ਆਏ ਸੀ ਐਡਜੈਕਟਿਵ ਕੀਤਾ ਸੀ ਜਿੱਥੇ ਆਪਾਂ ਕਿਹਾ ਸੀ ਕਿ ਐਡਜੈਕਟਿਵ ਕੀ ਹੁੰਦੇ ਆ ਇਹੋ ਜਿਹੇ ਵਰਡ ਜਿਹੜੇ ਕਿ ਤੁਹਾਡੇ ਕੋਲੇ ਨਾउन ਜਾਂ ਫਿਰ ਪ੍ਰੋਨਾउन ਕੀ ਦੱਸਦੇ ਆ ਕੁਆਲਿਟੀ ਸ਼ੋ ਕਰਦੇ ਬਟ ਇੱਥੇ ਤੁਹਾਡੇ ਕੋਲੇ ਐਡਵਰਬ ਵਰਡ ਹੈ ਤਾਂ ਤੁਸੀਂ ਪਿੱਛੇ ਵਰਬ ਦੇਖ ਕੇ ਇਹ ਚੀਜ਼ ਨਹੀਂ ਕਰਨੀ ਕਿ ਵਰਬ ਆ ਜਿਹੜਾ ਸਿਰਫ ਵਰਬ ਦੀ ਕੁਆਲਿਟੀ ਸ਼ੋ ਕਰੇਗਾ ਨਹੀਂ ਜੀ ਤਾਂ ਐਡਵਰਬ ਆ ਜਿਹੜਾ ਤੁਹਾਡਾ ਵਰਬ ਦੀ ਕੁਆਲਿਟੀ ਤਾਂ ਸ਼ੋ ਕਰ ਸਕਦਾ ਹੈ ਸਿਮਿਲਰਲੀ ਇਹ ਐਡਜੈਕਟਿਵ ਦੀ ਕੁਆਲਿਟੀ ਸ਼ੋ ਕਰਨ ਦੇ ਲਈ ਵੀ ਯੂਜ਼ ਕੀਤਾ ਜਾ ਸਕਦਾ ਹੈ
कोई फ्रेज भी हो सकती है ਜਾਂ ਫਿਰ ਆਪਾਂ ਸਿੰਪਲ ਕਹਿ ਸਕਦੇ ਹਾਂ ਕਿਸੇ ਅਨਦਰ ਐਡਵਰਬ ਦੀ ਕੁਆਲਿਟੀ ਨੂੰ ਸ਼ੋ ਕਰਨ ਦੇ ਲਈ ਉਹਦੇ ਵਿੱਚ ਹੋਰ ਇਨਫੋਰਮੇਸ਼ਨ ਐਡ ਕਰਨ ਦੇ ਲਈ ਵੀ ਤੁਸੀਂ ਐਡਵਰਬ ਦਾ ਯੂਜ਼ ਹੈ ਜਿਹੜਾ ਉਹ ਕਰ ਸਕਦੇ ਹੋ। ਹਾਂਜੀ, ਤਾਂ ਇੱਕ ਹੋਰ ਬੇਸਿਕ ਦੀ ਡੈਫੀਨੇਸ਼ਨ ਆਪਾਂ ਇਹਦੀ ਦੇਖੀਏ। ਹਾਂਜੀ, ਤਾਂ ਸਿੰਪਲ ਲੈਂਗੁਏਜ ਦੇ ਵਿੱਚ ਕਿਹਾ ਜਾਵੇ ਤਾਂ ਐਨ ਐਡਵਰਬ ਇਜ਼ ਅ ਵਰਡ ਵਿਚ ਮੋਡੀਫਾਈਜ਼ ਦਾ ਮੀਨਿੰਗ ਆਫ ਅ ਵਰਬ, ਐਡਜੈਕਟਿਵ ਔਰ ਅਨਦਰ ਐਡਵਰਬ। ਤਾਂ ਸੈਂਟੈਂਸ ਦੇ ਵਿੱਚ ਆਪਾਂ ਯੂਜ਼ ਕਰਦੇ ਹੁੰਦੇ ਹਾਂ ਕੁਝ ਕੁ ਵਰਡਸ ਜੋ ਆਪਣੇ ਕੋਲੇ ਵਰਬ ਹੁੰਦੇ ਆ ਜਾਂ ਫਿਰ ਐਡਜੈਕਟਿਵ ਹੁੰਦੇ ਆ ਜਾਂ ਫਿਰ ਆਪਣੇ ਕੋਲੇ ਕਈ ਵਾਰ ਕੀ ਹੁੰਦੇ ਆ ਐਡਵਰਬ ਵਰਡ ਆਪਾਂ ਯੂਜ਼ ਕਰਦੇ ਹਾਂ। ਤਾਂ ਤੁਹਾਡੇ ਕੋਲੇ ਜਿਹੜਾ ਐਡਵਰਬ ਹੋਏਗਾ ਕੀ ਕਰੇਗਾ, ਮੋਡੀਫਾਈਜ਼ ਕਰੇਗਾ। ਮੋਡੀਫਾਈ ਸਿੰਪਲ ਤੁਸੀਂ ਕਹਿ ਸਕਦੇ ਹੋ ਕੁਆਲਿਟੀ ਸ਼ੋ ਕਰੇਗਾ। ਕੁਆਲਿਟੀ ਹੈ ਜਿਹੜਾ ਉਹ ਸ਼ੋ ਕਰੇਗਾ ਕਾਹਦੀ, ਤੁਹਾਡੇ ਕੋਲੇ ਵਰਬ ਵੀ ਹੋ ਸਕਦੀ ਹੈ, ਐਡਜੈਕਟਿਵ ਵੀ ਹੋ ਸਕਦੀ ਹੈ ਜਾਂ ਫਿਰ ਅਨਦਰ ਐਡਵਰਬ ਵੀ। ਹੁਣ ਆਪਾਂ ਇਹਦੀ ਡੈਫੀਨੇਸ਼ਨ ਦੇਖ ਲਈ, ਪਤਾ ਲੱਗ ਗਿਆ ਕਿ ਇਹ ਜਿਹੜਾ ਆਪਣੇ ਕੋਲੇ ਕੁਆਲਿਟੀ ਸ਼ੋ ਕਰ ਸਕਦਾ ਹੈ ਕਿਸੇ ਵਰਬ ਦੀ ਹੋ ਸਕਦੀ ਹੈ, ਉਹ ਐਡਜੈਕਟਿਵ ਦੀ ਹੋ ਸਕਦੀ ਹੈ ਜਾਂ ਫਿਰ ਅਨਦਰ ਐਡਵਰਬ ਦੀ ਹੋ ਸਕਦੀ ਹੈ। ਬਟ ਹੁਣ ਆਪਾਂ ਦੇਖਾਂਗੇ ਇਸੇ ਦਾ ਯੂਜ਼ ਇਨ ਐਗਜ਼ਾਮਪਲਸ। ਹੁਣ ਐਗਜ਼ਾਮਪਲ ਦੇਖਾਂਗੇ ਕਿ ਕਿਸ ਤਰੀਕੇ ਨਾਲ ਤੁਹਾਡੇ ਕੋਲੇ ਵਰਬ ਦੇ ਲਈ ਇਹ ਕੁਆਲਿਟੀ ਸ਼ੋ ਕਰੇਗਾ, ਕਿਸ ਤਰੀਕੇ ਨਾਲ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਕਿਸੇ ਫਰੇਜ਼ ਦੇ ਲਈ ਜਾਂ ਫਿਰ ਤੁਸੀਂ ਤੁਹਾਡੇ ਕੋਲੇ ਐਡਜੈਕਟਿਵ ਦੇ ਲਈ ਇਹ ਆਪਣਾ ਕੁਆਲਿਟੀ ਸ਼ੋ ਕਰ ਸਕਦਾ ਹੈ ਜਾਂ ਐਡਵਰਬ ਦੇ ਲਈ ਇਹ ਕਿਸ ਤਰੀਕੇ ਨਾਲ ਹੈ ਜਿਹੜਾ ਕੁਆਲੀਫਾਈ ਵਰਡ ਹੋਏਗਾ। ਹਾਂਜੀ, ਤਾਂ ਚੈੱਕ ਕਰੋ ਤੁਹਾਡੇ ਕੋਲੇ ਐਗਜ਼ਾਮਪਲਸ ਨੇ। ਫਰਸਟ ਉਹ ਐਗਜ਼ਾਮਪਲਸ ਨੇ ਜੋ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਹੀਆਂ ਨੇ। ਹਾਂਜੀ, ਤਾਂ ਸ਼ੀ ਰਨਸ ਫਾਸਟ, ਤਾਂ ਇੱਥੇ ਤੁਹਾਡੇ ਕੋਲੇ ਵਰਡ ਇੱਕ ਅੰਡਰਲਾਈਨ ਕੀਤਾ ਹੋਇਆ। ਅੰਡਰਲਾਈਨ ਵਰਡ ਆ ਜਿਹੜਾ ਤੁਹਾਡੇ ਕੋਲੇ ਉਹ ਐਡਵਰਬ ਹੈ। ਤਾਂ ਇੱਥੇ ਫਾਸਟ ਵਰਡ ਹੈ ਜਿਹੜਾ ਮੈਂ ਲਿਖਿਆ ਉਹ ਕੀ ਹੈ, ਇੱਕ ਐਡਵਰਬ ਹੈ। ਤਾਂ ਹੁਣ ਇੱਥੇ ਐਡਵਰਬ ਯੂਜ਼ ਕੀਤਾ ਜਾ ਰਿਹਾ, ਤਾਂ ਕਿਹਦੇ ਲਈ ਯੂਜ਼ ਕੀਤਾ ਜਾ ਰਿਹਾ, ਸ਼ੀ ਫਾਸਟ, ਨੋ ਸ਼ੀ ਰਨਸ ਫਾਸਟ। ਤਾਂ ਰਨ ਨੂੰ ਜਿਹੜਾ ਹੈਗਾ ਆਪਾਂ ਮੋਡੀਫਾਈ ਕਰਨ ਦੇ ਲਈ ਯੂਜ਼ ਕੀਤਾ ਹੈ ਵਰਡ ਐਡਵਰਬ। ਤਾਂ ਹੁਣ ਇੱਥੇ ਰਨਸ ਕੀ ਹੈ, ਇਹ ਹੈ ਇੱਕ ਵਰਬ। ਸੋ ਤੁਸੀਂ ਜਿਹੜਾ ਐਡਵਰਬ ਯੂਜ਼ ਕੀਤਾ ਕਾਹਦੇ ਲਈ ਯੂਜ਼ ਕੀਤਾ, ਵਰਬ ਦੇ ਲਈ ਯੂਜ਼ ਕੀਤਾ। ਤਾਂ ਫਾਸਟ ਵਰਡ ਹੈ ਜਿਹੜਾ ਵਰਬ ਦੇ ਲਈ ਯੂਜ਼ ਕੀਤਾ ਜਾ ਰਿਹਾ। ਸੋ ਇੱਥੇ ਇਹ ਇੱਕ ਐਡਵਰਬ ਹੈ। ਸਿਮਿਲਰਲੀ ਤੁਸੀਂ ਸੈਕੰਡ ਸੈਂਟੈਂਸ ਚੈੱਕ ਕਰੋਗੇ, he jumped into the river to save a little girl। ਤਾਂ ਹੁਣ ਇਹ ਸੈਂਟੈਂਸ ਵਿੱਚ ਤੁਹਾਡੇ ਕੋਲੇ ਵਰਡ into ਹੈ ਜੋ ਅੰਡਰਲਾਈਨ ਕੀਤਾ ਹੋਇਆ ਜੋ ਕਿ ਇੱਕ ਕੀ ਹੈ, ਐਡਵਰਬ ਹੈ। ਤਾਂ ਹੁਣ ਇਹ ਐਡਵਰਬ ਕਿਹੜੀ ਹੈ, ਇਹਨੂੰ ਜੀ ਕਿਹਾ ਜਾਂਦਾ ਹੈ ਐਡਵਰਬ ਆਫ ਪਲੇਸ। ਐਡਵਰਬ ਆਫ ਪਲੇਸ, ਤਾਂ ਪਲੇਸ ਦੇ ਬਾਰੇ ਜਾਣਕਾਰੀ ਦੇ ਰਹੀ ਹੈ ਕਿ ਕਿਸੇ ਪਰਸਨ ਨੇ ਜੰਪ ਕੀਤਾ ਕਾਦੇ ਵਿੱਚ, ਰਿਵਰ ਦੇ ਵਿੱਚ ਹੈ ਜਿਹੜੀ ਉਹ ਛਾਲ ਮਾਰੀ ਹੈ। ਕਾਦੇ ਵਾਸਤੇ ਛਾਲ ਮਾਰੀ ਹੈ, ਟੂ ਸੇਵ ਅ ਲਿਟਲ ਗਰਲ। ਤਾਂ ਵਾਲਾ ਰੀਜ਼ਨ ਹੈ, ਤਾਂ ਇਹਨੂੰ ਤੁਸੀਂ ਕਹੋਗੇ ਐਡਵਰਬ ਆਫ ਰੀਜ਼ਨ। ਤੇ ਫਰਸਟ ਵਾਲਾ ਜਿਹੜਾ ਤੁਹਾਡਾ ਇਨਟੂ ਹੈ ਉਹ ਹੈ ਜੀ ਤੁਹਾਡਾ ਐਡਵਰਬ ਆਫ ਪਲੇਸ। ਜਾਂ ਵਾਲੀ ਰੀਜ਼ਨ ਵਾਲੀ ਫਰੇਜ਼ ਹੈ, ਤਾਂ ਇਹਨੂੰ ਕੀ ਕਿਹਾ ਜਾਂਦਾ ਹੈ, ਐਡਵਰਬ ਆਫ ਰੀਜ਼ਨ ਵਾਲੀ ਫਰੇਜ਼। ਤਾਂ ਹੁਣ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਤੁਹਾਡੇ ਕੋਲੇ ਜਿਹੜਾ ਐਡਵਰਬ ਹੁੰਦਾ ਹੈ ਉਹ ਕਿਸੇ ਫਰੇਜ਼ ਦੀ ਵੀ ਕੁਆਲਿਟੀ ਸ਼ੋ ਕਰ ਸਕਦਾ ਹੈ ਜਾਂ ਫਿਰ ਤੁਸੀਂ ਸਿੰਪਲ ਕਹਿ ਸਕਦੇ ਹੋ ਕਿਸੇ ਵਰਬ ਦੀ ਵੀ ਕੁਆਲਿਟੀ ਹੈ ਜਿਹੜਾ ਤੁਸੀਂ ਸ਼ੋ ਕਰ ਸਕਦੇ ਹੋ ਜਾਂ ਸਿੰਪਲ ਤੁਹਾਡੀ ਅਲੱਗ ਕਿਸੇ ਹੋਰ ਐਡਵਰਬ ਦੀ ਕੁਆਲਿਟੀ ਸ਼ੋ ਕਰਨ ਦੇ ਲਈ ਵੀ ਵਰਡ ਐਡਵਰਬ ਤੁਸੀਂ ਯੂਜ਼ ਕਰ ਸਕਦੇ ਹੋ। ਤਾਂ ਹੁਣ ਇਹ ਦੋ ਸੈਂਟੈਂਸ ਕੀਤੇ ਆ। ਫਰਸਟ ਸੈਂਟੈਂਸ ਦੇ ਵਿੱਚ ਤੁਹਾਡੇ ਕੋਲੇ ਜਿਹੜਾ ਐਡਵਰਬ ਵਰਡ ਸੀ ਉਹ ਵਰਬ ਦੀ ਕੁਆਲਿਟੀ ਸ਼ੋ ਕਰ ਰਿਹਾ ਸੀ। ਰਨਸ ਦੇ ਲਈ ਆਪਾਂ ਫਾਸਟ ਵਰਡ ਯੂਜ਼ ਕੀਤਾ ਹੈ। ਸੋ ਰਨਸ ਨੂੰ ਜਿਹੜਾ ਕੁਆਲੀਫਾਈ ਕਰ ਰਿਹਾ ਕਿ ਰਨ ਕਿਵੇਂ ਕੀਤਾ ਜਾ ਰਿਹਾ, ਫਾਸਟ ਕੀਤਾ ਜਾ ਰਿਹਾ। ਸੋ ਫਾਸਟ ਇੱਥੇ ਕੀ ਆ ਗਿਆ, ਐਡਵਰਬ ਆ ਗਿਆ ਟੂ ਮੋਡੀਫਾਈ ਦਾ ਟੂ ਮੋਡੀਫਾਈ ਵਰਡ ਰਨਸ ਨੂੰ ਮੋਡੀਫਾਈ ਕਰਨ ਦੇ ਲਈ ਆਪਾਂ ਵਰਡ ਯੂਜ਼ ਕੀਤਾ ਫਾਸਟ ਦਾ। ਸਿਮਿਲਰਲੀ ਸੈਕੰਡ ਦੇਖਿਆ ਜਾਵੇ ਤਾਂ ਆਪਾਂ ਇਨਟੂ ਦਾ ਯੂਜ਼ ਕੀਤਾ। ਹੁਣ ਇਨਟੂ ਹੈ ਜਿਹੜਾ ਕਿਹਦੇ ਲਈ ਯੂਜ਼ ਕੀਤਾ ਗਿਆ, ਜੰਪ ਦੇ ਲਈ ਯੂਜ਼ ਕੀਤਾ ਹੋਇਆ। ਤਾਂ ਤੁਸੀਂ ਅਗੇਨ ਕਹੋਗੇ ਇਨਟੂ ਹੈ ਜਿਹੜਾ ਉਹ ਐਡਵਰਬ ਹੈ ਤੇ ਐਡਵਰਬ ਆਫ ਪਲੇਸ ਹੈ ਜਿਹੜਾ ਇਹਨੂੰ ਕਿਹਾ ਜਾਂਦਾ ਹੈ। ਹੁਣ ਇਹ ਚੀਜ਼ ਜਿਹੜੀ ਕੀਤੀ ਜਾ ਰਹੀ ਹੈ, ਜੰਪ ਕੀਤਾ ਰਿਵਰ ਦੇ ਵਿੱਚੋਂ ਕਿਹਦੇ ਲਈ ਕੀਤਾ ਗਿਆ, ਟੂ ਸੇਵ ਅ ਲਿਟਲ ਗਰਲ। ਸੋ ਟੂ ਸੇਵ ਅ ਲਿਟਲ ਗਰਲ ਜਿਹੜੀ ਫਰੇਜ਼ ਆ ਉਹ ਤੁਹਾਡੇ ਕੋਲੇ ਐਡਵਰਬ ਆਫ ਰੀਜ਼ਨ ਵਾਲੀ ਫਰੇਜ਼ ਆ ਜਾਂਦੀ ਜਾਂ ਤੁਸੀਂ ਸਿੰਪਲ ਇਸੇ ਨੂੰ ਵੀ ਕਹਿ ਸਕਦੇ ਹੋ ਐਡਵਰਬੀਅਲ ਫਰੇਜ਼। ਤਾਂ ਇੱਕ ਐਡਵਰਬੀਅਲ ਫਰੇਜ਼ ਹੈ। ਜੇ ਪੁੱਛਿਆ ਜਾਵੇ ਹੁਣ ਇਹਦੀ ਟਾਈਪ ਕੀ ਹੈ ਤਾਂ ਇਹ ਰੀਜ਼ਨ ਦੱਸ ਰਹੀ ਹੈ। ਹਾਂਜੀ, ਤਾਂ ਹੁਣ ਅੱਗੇ ਆਪਾਂ ਥਰਡ ਨੰਬਰ ਐਗਜ਼ਾਮਪਲ ਚੈੱਕ ਕਰਦੇ ਹਾਂ। ਦੇਖੋ ਜੀ, ਤਾਂ ਥਰਡ ਐਗਜ਼ਾਮਪਲ ਹੈ ਤੁਹਾਡੇ ਕੋਲ ਤਿੰਨ ਐਗਜ਼ਾਮਪਲਸ ਹੋਰ ਨੇ ਜਿਨ੍ਹਾਂ ਦੇ ਵਿੱਚ ਆਪਾਂ ਦੇਖਾਂਗੇ ਕਿ ਐਡਵਰਬ ਦਾ ਯੂਜ਼ ਕਿਸ ਤਰੀਕੇ ਨਾਲ ਕੀਤਾ ਜਾ ਰਿਹਾ। ਦ ਲਿਕੁਇਡ ਇਜ਼ ਹਾਈਲੀ ਇਨਫਲਾਮੇਬਲ। ਤਾਂ ਹੁਣ ਇੱਥੇ ਤੁਸੀਂ ਯੂਜ਼ ਕੀਤਾ ਹਾਈਲੀ ਵਰਡ ਦਾ ਜੋ ਕਿ ਕੀ ਹੈ, ਐਡਵਰਬ ਹੈ। ਅਗੇਨ ਐਡਵਰਬ ਹੈ ਕੀ, ਹਾਈਲੀ। ਤਾਂ ਹੁਣ ਇਹ ਕਿਹਦੇ ਲਈ ਯੂਜ਼ ਕੀਤਾ ਜਾ ਰਿਹਾ ਹੈ, ਦ ਲਿਕੁਇਡ ਇਜ਼ ਹਾਈਲੀ ਇਨਫਲਾਮੇਬਲ। ਇਹ ਯੂਜ਼ ਕੀਤਾ ਜਾ ਰਿਹਾ ਜੀ ਵਰਡ ਇਨਫਲਾਮੇਬਲ ਦੇ ਲਈ। ਇਨਫਲਾਮੇਬਲ ਦਾ ਮਤਲਬ ਕੀ ਹੁੰਦਾ ਹੈ, ਇਹ ਇੱਥੇ ਇੱਕ ਐਡਜੈਕਟਿਵ ਫਾਰਮ ਦੇ ਲਈ ਯੂਜ਼ ਕੀਤਾ ਗਿਆ ਹੈ। ਕਿਹਦੇ ਲਈ ਐਡਜੈਕਟਿਵ ਹੈ, ਇਹ ਲਿਕੁਇਡ ਦੇ ਲਈ। ਲਿਕੁਇਡ ਦੀ ਕੁਆਲਿਟੀ ਸ਼ੋ ਕਰ ਰਿਹਾ ਵਰਡ ਇਨਫਲਾਮੇਬਲ। ਤਾਂ ਕੋਈ ਇਹੋ ਜਿਹੀ ਚੀਜ਼ ਜਿਹੜੀ ਕਿ ਜਲ ਸਕਦੀ ਹੈ ਤਾਂ ਤੁਸੀਂ ਯੂਜ਼ ਕਰਦੇ ਹੋ ਇਨਫਲਾਮੇਬਲ। ਸੋ ਤੁਸੀਂ ਇੱਥੇ ਐਡਜੈਕਟਿਵ ਦੇ ਫਾਰਮ ਦੇ ਲਈ ਯੂਜ਼ ਕੀਤਾ ਵਰਡ ਐਡਵਰਬ ਦਾ। ਐਡਜੈਕਟਿਵ ਨੂੰ ਕੁਆਲੀਫਾਈ ਕਰ ਰਿਹਾ ਵਰਡ ਤੁਹਾਡਾ ਹਾਈਲੀ। ਸੋ ਹਾਈਲੀ ਕੀ ਹੈ, ਤੁਹਾਡੇ ਕੋਲੇ ਐਡਜੈਕਟਿਵ ਦੀ ਕੁਆਲਿਟੀ ਦੱਸਣ ਵਾਲਾ ਐਡਵਰਬ ਹੈ। ਤਾਂ ਤੁਸੀਂ ਸਿੰਪਲ ਕਹਿ ਸਕਦੇ ਹੋ ਕਿ ਜ਼ਰੂਰੀ ਨਹੀਂ ਕਿ ਵਰਡ ਤੁਹਾਡਾ ਐਡਵਰਬ ਸਿਰਫ ਵਰਬ ਦੀ ਕੁਆਲਿਟੀ ਦੱਸੇ, ਇਹ ਐਡਜੈਕਟਿਵ ਦੀ ਕੁਆਲਿਟੀ ਵੀ ਸ਼ੋ ਕਰ ਸਕਦਾ ਜਿਵੇਂ ਆਪਾਂ ਸੈਂਟੈਂਸ ਥਰਡ ਹੈ ਜਿਹੜਾ ਆਪਾਂ ਕੀਤਾ। ਇੱਥੇ ਤੁਹਾਡੇ ਕੋਲੇ ਐਡਜੈਕਟਿਵ ਦੀ ਕੁਆਲਿਟੀ ਸ਼ੋ ਕਰਨ ਦੇ ਲਈ ਤੁਸੀਂ ਐਡਵਰਬ ਦਾ ਯੂਜ਼ ਕੀਤਾ। ਸਿਮਿਲਰਲੀ 4 ਨੰਬਰ ਸੈਂਟੈਂਸ ਚੈੱਕ ਕਰਾਂਗੇ। ਹਾਂਜੀ, ਹੀ ਇਜ਼ ਸੋ ਸਮਾਰਟ। ਤਾਂ ਇੱਥੇ ਚੈੱਕ ਕਰੋ, ਸਮਾਰਟ ਵਰਡ ਹੈ ਜਿਹੜਾ ਤੁਹਾਡੇ ਕੋਲੇ ਕੀ ਹੈ,
ਸਮਾਰਟ ਇੱਕ ਐਡਜੈਕਟਿਵ ਹੈ। ਸਮਾਰਟ ਕੀ ਹੈ? ਐਡਜੈਕਟਿਵ ਹੈ ਤੇ ਕਿਹਦੇ ਲਈ ਯੂਜ਼ ਕੀਤਾ ਹੋਇਆ ਸਮਾਰਟ? ਆਪਾਂ ਹੀ ਦੇ ਲਈ ਯੂਜ਼ ਕੀਤਾ। ਸੋ ਨਾउन ਦੇ ਲਈ ਯੂਜ਼ ਕੀਤਾ ਹੋਇਆ ਵਰਡ ਨਾउन ਨੂੰ ਡਿਸਕ੍ਰਾਈਬ ਕਰ ਰਿਹਾ ਸਮਾਰਟ। ਸੋ ਆਪਣੇ ਕੋਲ ਇਹ ਹੋ ਗਿਆ ਐਡਜੈਕਟਿਵ ਤੇ ਐਡਜੈਕਟਿਵ ਤੋਂ ਪਹਿਲਾਂ ਜਿਹੜਾ ਆਪਾਂ ਵਰਡ ਯੂਜ਼ ਕੀਤਾ ਸੋ, ਤਾਂ ਇਹ ਕੀ ਹੈ ਤੁਹਾਡਾ ਇੱਥੇ ਐਡਵਰਬ ਹੈ। ਸੋ ਅਗੇਨ ਤੁਸੀਂ ਐਡਵਰਬ ਦਾ ਯੂਜ਼ ਕੀਤਾ ਟੂ ਡਿਸਕ੍ਰਾਈਬ ਐਡਜੈਕਟਿਵ। ਐਡਜੈਕਟਿਵ ਨੂੰ ਡਿਸਕ੍ਰਾਈਬ ਕਰਨ ਦੇ ਲਈ ਤੁਸੀਂ ਐਡਵਰਬ ਹੈ ਜਿਹੜੀ ਇੱਥੇ ਯੂਜ਼ ਕੀਤੀ ਆ। ਅਗੇਨ ਤੁਸੀਂ ਦੇਖੋ 5 ਨੰਬਰ ਸੈਂਟੈਂਸ ਦ ਬॉय ਵਾਸ ਸਵਿਮਿੰਗ ਰੀਅਲੀ ਕੁਇਕਲੀ। ਹੁਣ ਆਪਾਂ ਚੈੱਕ ਕਰ ਲਿਆ ਕਿ ਐਡਵਰਬ ਦਾ ਯੂਜ਼ ਤੁਸੀਂ ਵਰਬ ਨੂੰ ਡਿਸਕ੍ਰਾਈਬ ਕਰਨ ਲਈ ਕਰ ਸਕਦੇ ਹੋ। ਐਡਵਰਬ ਦਾ ਯੂਜ਼ ਕੀਤਾ ਜਾ ਸਕਦਾ ਤੁਹਾਡੇ ਕੋਲੇ ਐਡਜੈਕਟਿਵ ਨੂੰ ਡਿਸਕ੍ਰਾਈਬ ਕਰਨ ਦੇ ਲਈ। ਤਾਂ ਲਾਸਟ ਜਿਹੜਾ ਕੇਸ ਹੈ ਤੁਹਾਡੇ ਕੋਲੇ ਤੁਸੀਂ ਐਡਵਰਬ ਦਾ ਯੂਜ਼ ਐਡਵਰਬ ਦੇ ਲਈ ਵੀ ਕਰ ਸਕਦੇ ਹੋ। ਤਾਂ ਉਹ ਹੈ ਜੀ ਤੁਹਾਡੇ ਕੋਲੇ 5 ਨੰਬਰ ਸੈਂਟੈਂਸ ਐਗਜ਼ਾਮਪਲ ਹੈ ਉਸ ਵਾਲੇ ਆਪਣੇ ਕੋਲੇ ਪਾਰਟੀ। ਦੇਖੋ ਜੀ ਦ ਬॉय ਵਾਸ ਸਵਿਮਿੰਗ ਰੀਅਲੀ ਕੁਇਕਲੀ। ਤਾਂ ਹੁਣ ਆਪਣੇ ਕੋਲ ਪਤਾ, ਆਪਾਂ ਨੂੰ ਪਤਾ ਹੈ ਕਿ ਕੁਇਕਲੀ ਕੀ ਹੈ? ਇੱਕ ਐਡਵਰਬ ਹੈ। ਦ ਬॉय ਵਾਸ ਸਵਿਮਿੰਗ ਕੁਇਕਲੀ। ਤਾਂ ਕੁਇਕਲੀ ਕਿਹਦੇ ਲਈ ਯੂਜ਼ ਕੀਤਾ ਹੋਇਆ? ਆਪਾਂ ਸਵਿਮਿੰਗ ਦੇ ਲਈ। ਸੋ ਇਹ ਇੱਕ ਐਡਵਰਬ ਹੈ। ਬਟ ਜਿਹੜਾ ਵਰਡ ਇੱਥੇ ਤੁਸੀਂ ਯੂਜ਼ ਕੀਤਾ ਰੀਅਲੀ ਹੈਗਾ ਤੇ ਇਹ ਵੀ ਇੱਕ ਐਡਵਰਬ ਹੈ, ਬਟ ਇਹ ਕਿਹਦੇ ਲਈ ਯੂਜ਼ ਕੀਤਾ ਹੋਇਆ? ਆਪਾਂ ਰੀਅਲੀ ਦੇ ਲਈ ਯੂਜ਼ ਕੀਤਾ। ਰੀਅਲੀ ਨੂੰ ਕੁਆਲੀਫਾਈ ਕਰਨ ਦੇ ਲਈ ਵਰਡ ਯੂਜ਼ ਕੀਤਾ ਆਪਾਂ। ਆਪਣਾ ਕੁਇਕਲੀ ਨੂੰ ਡਿਸਕ੍ਰਾਈਬ ਕਰਨ ਦੇ ਲਈ ਵਰਡ ਯੂਜ਼ ਕੀਤਾ ਆਪਾਂ ਰੀਅਲੀ। ਸੋ ਰੀਅਲੀ ਵੀ ਇੱਥੇ ਕੀ ਹੈ? ਇੱਕ ਐਡਵਰਬ ਹੀ ਹੈ। ਸੋ ਐਡਵਰਬ ਦਾ ਯੂਜ਼ ਐਡਵਰਬ ਨੂੰ ਡਿਸਕ੍ਰਾਈਬ ਕਰਨ ਦੇ ਲਈ ਵੀ ਕੀਤਾ ਜਾ ਸਕਦਾ ਹੈ। ਸੋ ਆਪਾਂ 5 ਸੈਂਟੈਂਸ ਦੇਖੇ। 5 ਸੈਂਟੈਂਸਸ ਦੇ ਵਿੱਚ ਸਮਝਿਆ ਕਿ ਕਿਸ ਤਰੀਕੇ ਨਾਲ ਐਡਵਰਬ ਆ ਜਿਹੜਾ ਆਪਾਂ ਯੂਜ਼ ਕਰ ਸਕਦੇ ਹਾਂ। ਫਰਸਟ ਆਪਾਂ ਦੇਖਿਆ ਕਿ ਐਡਵਰਬ ਦਾ ਯੂਜ਼ ਕੀਤਾ ਜਾ ਸਕਦਾ ਹੈ ਕਿਸੇ verb ਨੂੰ ਡਿਸਕ੍ਰਾਈਬ ਕਰਨ ਦੇ ਲਈ। ਜਿਵੇਂ ਆਪਣਾ ਫਰਸਟ ਸੈਂਟੈਂਸ ਸੀ she runs fast। ਤਾਂ runs ਕੀ ਹੈ? ਇੱਥੇ verb ਹੈ ਤੇ fast word ਹੈ ਜਿਹੜਾ ਉਹ runs ਨੂੰ ਡਿਸਕ੍ਰਾਈਬ ਕਰ ਰਿਹਾ। ਸੋ ਤੁਸੀਂ ਇਹਨੂੰ ਕੀ ਕਹੋਗੇ? ਐਡਵਰਬ ਹੈ ਤੇ ਜੋ ਕਿ verb ਨੂੰ ਡਿਸਕ੍ਰਾਈਬ ਕਰਨ ਲਈ ਯੂਜ਼ ਕੀਤਾ ਜਾ ਰਿਹਾ। ਤਾਂ verb ਨੂੰ ਕੁਆਲੀਫਾਈ ਯੂਜ਼ ਕਰਨ ਦੇ ਲਈ ਆਪਾਂ ਇੱਥੇ ਕੀਤਾ। ਅੱਗੇ ਤੁਹਾਡੇ ਕੋਲੇ ਸੈਕੰਡ ਨੰਬਰ ਸੈਂਟੈਂਸ ਜਿਹਦੇ ਵਿੱਚ ਆਪਾਂ ਚੈੱਕ ਕੀਤਾ ਕਿ into ਹੈ ਜਿਹੜਾ ਇੱਥੇ ਤੁਹਾਡੇ ਕੋਲੇ ਐਡਵਰਬ ਹੈ ਜੋ ਕਿ ਐਡਵਰਬ ਆਫ ਪਲੇਸ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਤੇ ਯੂਜ਼ ਕੀਤਾ ਤੁਸੀਂ ਜੰਪ ਦੇ ਲਈ। ਅਗੇਨ ਤੁਸੀਂ ਚੈੱਕ ਕੀਤਾ ਟੂ ਸੇਵ ਅ ਲਿਟਲ ਗਰਲ। ਇਹ ਇੱਕ ਫਰੇਜ਼ ਹੈ ਤੇ ਇਹਨੂੰ ਐਡਵਰਬੀਅਲ ਫਰੇਜ਼ ਕਿਹਾ ਜਾਂਦਾ ਹੈ। ਹੁਣ ਐਡਵਰਬੀਅਲ ਫਰੇਜ਼ ਹੈ ਤੇ ਕਿਹਦੇ ਲਈ ਯੂਜ਼ ਕੀਤੀ ਜਾਂਦੀ ਹੈ? ਇਹ ਤੁਸੀਂ ਯੂਜ਼ ਕਰੋਗੇ। ਅਗੇਨ ਇਹ ਕਿਹੜੀ ਟਾਈਪ ਦੇ ਵਿੱਚ ਆਏਗੀ ਜੀ? ਐਡਵਰਬੀਅਲ ਫਰੇਜ਼ ਰੀਜ਼ਨ ਵਾਲੇ ਪਾਰਟ ਦੇ ਵਿੱਚ ਆ ਜਿਹੜੀ ਤੁਸੀਂ ਦੱਸੋਗੇ ਬਿਕਾਜ਼ ਇਹ ਸੈਂਟੈਂਸ ਦੇ ਵਿੱਚ ਰੀਜ਼ਨ ਦੱਸ ਰਹੀ ਹੈ ਕਿ ਜੰਪ ਹੈ ਜਿਹੜਾ ਰਿਵਰ ਦੇ ਵਿੱਚ ਕਿਉਂ ਕੀਤਾ ਗਿਆ। ਤਾਂ ਥਰਡ ਨੰਬਰ ਸੈਂਟੈਂਸ ਦੇ ਵਿੱਚ ਆਪਾਂ ਚੈੱਕ ਕੀਤਾ ਕਿ ਐਡਵਰਬ ਦਾ ਯੂਜ਼ ਐਡਜੈਕਟਿਵ ਫਾਰਮ ਦੇ ਲਈ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਜਿਵੇਂ ਹੁਣ ਇੱਥੇ ਵਰਡ ਸੀ ਆਪਣੇ ਕੋਲੇ ਇਨਫਲਾਮੇਬਲ ਜੋ ਕਿ ਇੱਕ ਐਡਜੈਕਟਿਵ ਹੈ ਤੇ ਉਹਦੇ ਲਈ ਤੁਸੀਂ ਯੂਜ਼ ਕੀਤਾ ਐਡਵਰਬ ਦਾ ਜੋ ਕਿ ਹਾਈਲੀ ਹੈ। ਹਾਂਜੀ ਤਾਂ ਹਾਈਲੀ ਦਾ ਯੂਜ਼ ਹੈ ਜਿਹੜਾ ਤੁਸੀਂ ਐਡਜੈਕਟਿਵ ਲਈ ਯੂਜ਼ ਕੀਤਾ। ਸੋ ਐਡਵਰਬ ਐਡਜੈਕਟਿਵ ਫਾਰਮ ਲਈ ਵੀ ਯੂਜ਼ ਕੀਤੀ ਜਾ ਸਕਦੀ ਹੈ। ਸਿਮਿਲਰਲੀ 4 ਨੰਬਰ ਸੈਂਟੈਂਸ ਦੇ ਵਿੱਚ ਵੀ ਆਪਾਂ ਐਡਵਰਬ ਨੂੰ ਯੂਜ਼ ਕੀਤਾ ਸੀ ਡਿਸਕ੍ਰਾਈਬਿੰਗ ਐਡਜੈਕਟਿਵ। ਐਡਜੈਕਟਿਵ ਨੂੰ ਡਿਸਕ੍ਰਾਈਬ ਕਰਨ ਦੇ ਲਈ ਆਪਾਂ ਐਡਵਰਬ ਯੂਜ਼ ਕੀਤੀ ਹੈ। ਸਿਮਿਲਰਲੀ 5 ਨੰਬਰ ਸੈਂਟੈਂਸ ਚੈੱਕ ਕੀਤਾ ਕਿ ਉੱਥੇ ਆਪਾਂ ਕੀ ਕੀਤਾ ਸੀਗਾ ਆਪਣੇ ਕੋਲੇ ਐਡਵਰਬ ਵਰਡ ਦਿੱਤਾ ਹੋਇਆ ਸੀ। ਐਡਵਰਬ ਨੂੰ ਹੀ ਕੁਆਲੀਫਾਈ ਕਰਨ ਦੇ ਲਈ ਤੁਸੀਂ ਨੈਕਸਟ ਇੱਕ ਹੋਰ ਐਡਵਰਬ ਹੈ ਜਿਹੜੀ ਉਹ ਯੂਜ਼ ਕੀਤੀ ਹੈ। ਸੋ ਐਡਵਰਬ ਦਾ ਬੇਸਿਕ ਮੀਨਿੰਗ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ। ਹੁਣ ਜਿਹੜੀ ਆਪਾਂ ਡੈਫੀਨੇਸ਼ਨ ਕੀਤੀ ਸੀ ਤੇ ਉਹਦੇ ਨਾਲ ਰਿਲੇਟਡ ਆਪਾਂ ਕੁਐਸਚਨ ਵੀ ਸੋਲਵ ਕਰ ਸਕੇ ਹਾਂ। ਤਾਂ ਹੁਣ ਇੱਕ ਵਾਰ ਦੁਬਾਰਾ ਡੈਫੀਨੇਸ਼ਨ ਰੀਡ ਕਰੋਗੇ ਤਾਂ ਤੁਹਾਨੂੰ ਐਡਵਰਬ ਦਾ ਜਿਹੜਾ ਆਪਣਾ ਬੇਸਿਕ ਡੈਫੀਨੇਸ਼ਨ ਹੈ ਉਹ ਚੀਜ਼ ਜਿਹੜੀ ਉਹ ਪਤਾ ਲੱਗ ਜਾਏ। ਹਾਂਜੀ ਤਾਂ ਐਨ ਐਡਵਰਬ ਇਜ਼ ਅ ਵਰਡ which modifies the meaning of a verb adjective or another adverb used in a sentence। ਸੋ ਇਹ ਹੈ ਜੀ ਤੁਹਾਡੀ ਡੈਫੀਨੇਸ਼ਨ ਤੇ ਇਹਦੇ ਨਾਲ ਰਿਲੇਟਡ ਆਪਾਂ ਹਰ ਇੱਕ ਟਾਈਪ ਦੀ ਕੁਐਸਚਨ ਹੈ ਜਿਹੜਾ ਉਹ ਡਿਸਕਸ ਕਰ ਚੁੱਕੇ ਹਾਂ। ਐਗਜ਼ਾਮਪਲ ਹੈ ਜਿਹੜੀ ਆਪਾਂ ਡਿਸਕਸ ਕਰ ਚੁੱਕੇ ਹਾਂ। ਤਾਂ ਤੁਹਾਨੂੰ ਇਹ ਜਿਹੜਾ ਡੈਫੀਨੇਸ਼ਨ ਕਲੀਅਰ ਹੋ ਗਈ ਹੋਏਗੀ। ਐਡਵਰਬ ਦੀ ਡੈਫੀਨੇਸ਼ਨ ਆਪਾਂ ਜਿਹੜੀ ਹੈਗੀ ਉਹ ਕਰ ਚੁੱਕੇ ਹਾਂ। ਹਾਂਜੀ ਤਾਂ ਹੁਣ ਆਪਾਂ ਡਿਸਕਸ ਕਰਾਂਗੇ ਸੈਕੰਡ ਪਾਰਟ ਦੈਟ ਇਜ਼ ਟਾਈਪਸ ਆਫ ਐਡਵਰਬ। ਹੁਣ ਜਿਵੇਂ ਆਪਾਂ ਨਾउन ਦੀਆਂ ਟਾਈਪਸ ਕੀਤੀਆਂ ਪਰ ਨਾउन ਦੀਆਂ ਟਾਈਪਸ ਕੀਤੀਆਂ ਸਿਮਿਲਰਲੀ ਤੁਹਾਡੇ ਕੋਲੇ ਐਡਵਰਬ ਦੀਆਂ ਵੀ ਟਾਈਪਸ ਹੁੰਦੀਆਂ। ਤਾਂ ਹੁਣ ਐਡਵਰਬ ਹੈ ਜਿਹੜਾ ਤੁਸੀਂ ਕਿਸ ਤਰੀਕੇ ਨਾਲ ਯੂਜ਼ ਕਰ ਰਹੇ ਹੋ। ਤਾਂ ਉਹ ਟਾਈਮ ਵਾਲੀ ਐਡਵਰਬ ਹੋ ਸਕਦੀ ਹੈ। ਮੈਨਰ ਟਾਈਮ ਮੈਨਰ ਲਈ ਯੂਜ਼ ਕੀਤੀ ਹੋਈ ਐਡਵਰਬ ਹੋ ਸਕਦੀ ਹੈ। ਪਲੇਸ ਲਈ ਵੀ ਆਪਾਂ ਐਡਵਰਬ ਯੂਜ਼ ਕਰਦੇ ਹਾਂ। ਡਿਗਰੀ ਦੇ ਲਈ ਐਡਵਰਬ ਦਾ ਯੂਜ਼ ਕੀਤਾ ਜਾਂਦਾ ਹੈ। ਤੁਹਾਡੇ ਕੋਲ ਨਿਗੇਸ਼ਨ ਵਾਲੇ ਐਡਵਰਬ ਹੁੰਦੇ ਆ। ਸਿਮਿਲਰਲੀ ਫ੍ਰੀਕੁਐਂਸੀ ਦੱਸਣ ਦੇ ਲਈ ਯੂਜ਼ ਕਰਦੇ ਹੋ ਤੁਸੀਂ ਐਡਵਰਬ ਦਾ। ਰੀਜ਼ਨ ਦੱਸਣ ਦੇ ਲਈ ਐਡਵਰਬ ਯੂਜ਼ ਕੀਤੇ ਜਾਂਦੇ ਆ। ਇਸ ਤੋਂ ਇਲਾਵਾ ਤੁਸੀਂ ਇੰਟਰੋਗੇਟਿਵ ਫਾਰਮ ਦੇ ਵਿੱਚ ਵੀ ਐਡਵਰਬ ਦਾ ਯੂਜ਼ ਕਰਦੇ ਹੋ ਤੇ ਜਿਹਨੂੰ ਆਪਾਂ ਰਿਲੇਟਿਵ ਐਡਵਰਬ ਵੀ ਹੈ ਜਿਹੜਾ ਉਹ ਕਹਿ ਦਿੰਦੇ ਹਾਂ। ਵਨ ਬਾਏ ਵਨ ਹਰ ਇੱਕ ਟਾਈਪ ਨੂੰ ਆਪਾਂ ਡਿਸਕਸ ਕਰਨਾ ਹੈ। ਹਾਂਜੀ ਤਾਂ ਸਟਾਰਟ ਕਰਦੇ ਹਾਂ ਵਿਦ ਐਡਵਰਬ ਆਫ ਟਾਈਮ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਕੋਈ ਚੀਜ਼ ਦਾ ਟਾਈਮ ਦੱਸਣ ਦੇ ਲਈ ਤੁਸੀਂ ਯੂਜ਼ ਕਰ ਰਹੇ ਹੋ ਜਿਹੜੇ ਵਰਡ ਉਹ ਤੁਹਾਡੇ ਕੋਲ ਕੀ ਹੋ ਜਾਣਗੇ ਐਡਵਰਬ ਆਫ ਟਾਈਮ ਹੋ ਜਾਣਗੇ। ਜਿਵੇਂ ਆਪਾਂ ਯੂਜ਼ ਕਰਦੇ ਹਾਂ ਜੀ ਨਾਓ ਦਾ। ਯੈਸਟਰਡੇ ਆਪਾਂ ਵਰਡ ਯੂਜ਼ ਕਰਦੇ ਹਾਂ ਨਾਓ ਯੈਸਟਰਡੇ। ਸੂਨ ਵਰਡ ਆਪਾਂ ਯੂਜ਼ ਕਰਦੇ ਹਾਂ। ਇਹ ਸਾਰੇ ਜਿੰਨੇ ਮੈਂ ਨੋਟ ਲਿਖ ਰਹੀ ਹਾਂ ਤਾਂ ਇਹ ਸਾਰੇ ਕੀ ਨੇ ਤੁਹਾਡੇ ਕੋਲੇ ਐਡਵਰਬ ਆਫ ਟਾਈਮ ਦੇ ਅੰਡਰ ਹੈ ਜਿਹੜੇ ਤੁਸੀਂ ਪੜ੍ਹਨੇ ਆ। ਆਪਾਂ ਲੇਟਰ ਵਰਡ ਯੂਜ਼ ਕਰ ਲੈਂਦੇ ਹਾਂ ਵੀ ਬਾਅਦ ਦੇ ਵਿੱਚ ਹੋਏਗਾ ਹਨਾ। ਜੈਟ ਦਾ ਯੂਜ਼ ਕੀਤਾ ਜਾਂਦਾ ਇਹ ਵੀ ਐਡਵਰਬ ਆਫ ਟਾਈਮ ਹੈ। ਅਗੋ ਵਰਡ ਹੈ ਜਿਹੜਾ ਐਡਵਰਬ ਆਫ ਟਾਈਮ ਹੈ।
ਬਿਫੋਰ ਵੀ ਐਡਵਰਬ ਆਫ ਟਾਈਮ ਦੇ ਵਿੱਚ ਆ ਜਾਂਦਾ ਹੈ। ਪਰ ਟੂਡੇ ਕਹਿ ਦਿੰਦੇ ਆ, ਟੂ ਨਾਈਟ ਕਹਿੰਦੇ ਆ, ਇਹ ਸਾਰੇ ਦੇ ਸਾਰੇ ਵਰਡ ਤੁਹਾਡੇ ਕਾਹਦੇ ਵਿੱਚ ਆ ਜਾਂਦੇ ਆ ਜੀ, ਐਡਵਰਬ ਆਫ ਟਾਈਮ ਦੇ ਪਾਰਟ ਦੇ ਵਿੱਚ ਆ ਜਾਂਦੇ ਆ। ਇਹਨਾਂ ਨੂੰ ਕਿਹਾ ਜਾਂਦਾ ਹੈ ਐਡਵਰਬ ਆਫ ਟਾਈਮ, ਬਿਕਾਜ਼ ਇਹ ਸਾਰੇ ਦੇ ਸਾਰੇ ਤੁਸੀਂ ਟਾਈਮ ਦੱਸਣ ਦੇ ਲਈ ਕਰਦੇ ਹੋ। ਨਾਓ, ਯੈਸਟਰਡੇ, ਸੂਨ, ਲੇਟਰ, ਐਗਜ਼ੈਕਟ, ਅਗੋ, ਬਿਫੋਰ, ਟੂਡੇ, ਤਾਂ ਇਹ ਸਾਰੇ ਕੀ ਨੇ ਤੁਹਾਡੇ ਕੋਲੇ ਐਡਵਰਬ ਆਫ ਟਾਈਮ ਦੀ ਕੈਟੇਗਰੀ ਦੇ ਵਿੱਚ ਆ ਜਾਂਦੇ ਆ। ਨੈਕਸਟ ਹੈ ਤੁਹਾਡੇ ਕੋਲੇ ਟਾਈਪ, ਦੈਟ ਇਜ਼ ਐਡਵਰਬ ਆਫ ਮੈਨਰ। ਕਿਸੇ ਚੀਜ਼ ਦਾ ਮੈਨਰ ਦੱਸਣ ਦੇ ਲਈ ਜਿਹੜੇ ਤੁਸੀਂ ਐਡਵਰਬ ਯੂਜ਼ ਕਰੋਗੇ, ਤੁਸੀਂ ਉਹਨਾਂ ਨੂੰ ਕਹਿ ਦੋਗੇ ਇਹ ਕੀ ਨੇ, ਐਡਵਰਬ ਆਫ ਮੈਨਰ ਦੀ ਕੈਟੇਗਰੀ ਦੇ ਵਿੱਚ ਆਪਣੇ ਆ ਜਾਂਦੇ ਆ। ਤਾਂ ਜਿਵੇਂ ਆਪਾਂ ਵਰਡ ਯੂਜ਼ ਕਰ ਲੈਂਦੇ ਆ ਪੋਲਾਈਟਲੀ, ਨਿਮਰਤਾ ਦੇ ਨਾਲ ਕਿਸੇ ਨੂੰ ਬੋਲਿਆ ਜਾ ਰਿਹਾ, ਤਾਂ ਇੱਕ ਮੈਨਰ ਆ ਗਿਆ ਨਾ। ਸੋ ਪੋਲਾਈਟਲੀ ਵਰਡ ਆ ਗਿਆ। ਸਿੰਸਰੀਲੀ, ਸਿੰਸੀਅਰਲੀ। ਅੱਗੇ ਆਪਾਂ ਯੂਜ਼ ਕਰ ਲੈਂਦੇ ਆ ਵਰਡ ਕੇਅਰਫੁਲੀ ਹੋ ਗਿਆ, ਕੇਅਰਫੁਲੀ। ਪੇਨਫੁਲੀ ਕਹਿ ਰਹੇ ਨੇ ਆਪਾਂ। ਸੋ ਇਹ ਸਾਰੇ ਦੇ ਸਾਰੇ ਤੁਹਾਡੇ ਕੋਲੇ ਕੀ ਨੇ ਜੀ, ਐਡਵਰਬ ਆਫ ਮੈਨਰ ਨੇ। ਕਿਸੇ ਚੀਜ਼ ਦਾ ਮੈਨਰ ਦੱਸ ਰਿਹਾ ਵੀ ਉਹ ਕਿਵੇਂ ਹੋ ਰਹੀ ਹੈ, ਓਨੈਸਟਲੀ, ਪੋਲਾਈਟਲੀ, ਸਿੰਸਰਲੀ, ਕੇਅਰਫੁਲੀ, ਪੇਨਫੁਲੀ, ਤਾਂ ਇਹ ਸਾਰੇ ਕੀ ਨੇ ਤੁਹਾਡੇ ਕੋਲੇ ਐਡਵਰਬ ਆਫ ਮੈਨਰ ਦੀ ਕੈਟੇਗਰੀ ਦੇ ਵਿੱਚ ਆ ਜਾਂਦੇ। ਕਿਸੇ ਚੀਜ਼ ਦਾ ਮੈਨਰ ਦੱਸਣ ਦੇ ਲਈ ਤੁਸੀਂ ਯੂਜ਼ ਕਰਦੇ ਹੋ ਇਹਨਾਂ ਐਡਵਰਬਸ ਨੂੰ। ਅੱਗੇ ਜੀ ਤੁਹਾਡੇ ਕੋਲੇ ਐਡਵਰਬ ਦੀ ਟਾਈਪ, ਦੈਟ ਇਜ਼ ਐਡਵਰਬ ਆਫ ਪਲੇਸ। ਹੁਣ ਆਪਾਂ ਐਡਵਰਬ ਆਫ ਟਾਈਮ ਤੇ ਐਡਵਰਬ ਆਫ ਮੈਨਰ ਡਿਸਕਸ ਕੀਤਾ ਹੈ। ਹੁਣ ਅੱਗੇ ਆਪਣੇ ਕੋਲੇ ਕੀ ਐਡਵਰਬ ਆਫ ਪਲੇਸ ਹੈ। ਤਾਂ ਹੁਣ ਪਲੇਸ ਨੂੰ ਦੱਸਣ ਦੇ ਲਈ ਤੁਸੀਂ ਜਿਹੜੇ ਵਰਡ ਯੂਜ਼ ਕਰੋਗੇ ਉਹਨੂੰ ਐਡਵਰਬ ਆਫ ਪਲੇਸ ਦੇ ਵਿੱਚ ਯੂਜ਼ ਕਰ ਲੈਣੇ। ਜਿਵੇਂ ਆਪਾਂ ਯੂਜ਼ ਕਰ ਲੈਂਦੇ ਹਾਂ ਚੇਅਰ ਦਾ, ਜਿਹਨੂੰ ਆਪਾਂ ਕਹਿੰਦੇ ਹਾਂ ਇੱਥੇ, ਦੇਅਰ ਵਰਡ ਯੂਜ਼ ਕੀਤਾ ਜਾਂਦਾ ਹੈ। ਅਪ, ਆਫ, ਅਵੇ, ਬੈਕ, ਔਨ, ਡਾਊਨ, ਇਹ ਸਾਰੇ ਕੀ ਨੇ ਤੁਹਾਡੇ ਕੋਲੇ ਐਡਵਰਬ ਆਫ ਪਲੇਸ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ। ਇਹ ਪਲੇਸ ਦੇ ਲਈ ਯੂਜ਼ ਕੀਤੇ ਜਾਣ ਵਾਲੇ ਐਡਵਰਬਸ ਨੇ। ਹੇਅਰ, ਦੇਅਰ, ਅਪ, ਆਫ, ਅਵੇ, ਬੈਕ, ਔਨ, ਡਾਊਨ। ਤਾਂ ਤੁਸੀਂ ਇਹਨਾਂ ਨੂੰ ਕਿਹਦੇ ਵਿੱਚ ਪੜੋਗੇ ਜੀ, ਐਡਵਰਬ ਆਫ ਪਲੇਸ ਦੀ ਕੈਟਾਗਰੀ ਦੇ ਵਿੱਚ ਆਪਾਂ ਇਹਨਾਂ ਨੂੰ ਡਿਸਕਸ ਕਰਾਂਗੇ। ਨੈਕਸਟ ਤੁਹਾਡੇ ਕੋਲੇ ਟਾਈਪ, ਦੈਟ ਇਜ਼ ਐਡਵਰਬ ਆਫ ਡਿਗਰੀ। ਤਾਂ ਹੁਣ ਕਿਸੇ ਚੀਜ਼ ਦੀ ਡਿਗਰੀ ਨੂੰ ਦੱਸਣ ਦੇ ਲਈ ਤੁਸੀਂ ਯੂਜ਼ ਕਰਦੇ ਹੋ। ਹੁਣ ਡਿਗਰੀ ਦਾ ਕੀ ਮਤਲਬ ਹੁੰਦਾ, ਕੋਈ ਚੀਜ਼ ਕਿੰਨੀ ਕੁ ਜ਼ਿਆਦਾ ਵਧੀਆ। ਆਪਾਂ ਜਿਵੇਂ ਹੁਣ ਐਡਜੈਕਟਿਵ ਦੇ ਵਿੱਚ ਕੀਤਾ ਸੀ, ਪੋਜ਼ਿਟਿਵ ਡਿਗਰੀਜ਼, ਆਪਣੇ ਕੋਲੇ ਸੁਪਰਲੇਟਿਵ ਡਿਗਰੀ, ਕੰਪੈਰੀਟਿਵ ਡਿਗਰੀ, ਆ ਤਿੰਨ ਡਿਗਰੀਜ਼ ਡਿਸਕਸ ਕੀਤੀਆਂ ਸੀ। ਤਾਂ ਉਹ ਕੀ ਸੀ, ਇੱਕ ਦੂਜੇ ਨੂੰ ਡਿਫਰੈਂਸ਼ੀਏਟ ਹੀ ਕਰ ਰਹੇ ਸੀ ਨਾ। ਪੋਜ਼ਿਟਿਵ ਡਿਗਰੀ ਕਿਸੇ ਘੱਟ ਵਾਸਤੇ, ਕੰਪੈਰੀਟਿਵ ਵਾਸਤੇ ਤੁਸੀਂ ਯੂਜ਼ ਕਰ ਲੈਂਦੇ ਸੀ ਕੰਪੈਰੀਟਿਵ ਡਿਗਰੀ। ਸੁਪਰਲੇਟਿਵ ਡਿਗਰੀ ਤੁਸੀਂ ਸਾਰਿਆਂ ਨਾਲੋਂ ਵਧੀਆ ਸਰਬੋਤਮ ਦਿਖਾਉਣ ਵਾਸਤੇ ਸੁਪਰਲੇਟਿਵ ਡਿਗਰੀ ਦਾ ਯੂਜ਼ ਕਰ ਲੈਂਦੇ ਸੀ। ਸੋ ਉਸੇ ਤਰੀਕੇ ਨਾਲ ਡਿਗਰੀ ਦਾ ਯੂਜ਼ ਹੈ ਜਿਹੜਾ ਤੁਹਾਡੇ ਕੋਲ ਐਡਵਰਬ ਫਾਰਮ ਦੇ ਵਿੱਚ ਵੀ ਕੀਤਾ ਜਾਂਦਾ ਹੈ। ਐਡਵਰਬ ਆਫ ਡਿਗਰੀ ਹੈ ਜਿਹੜਾ ਉਹਨੂੰ ਤੁਸੀਂ ਕਹਿ ਦਿੰਦੇ ਹੋ। ਤੁਹਾਡੇ ਕੋਲ ਕਿਹੜੇ ਵਰਡ ਨੇ ਜਿਹੜੇ ਐਡਵਰਬ ਆਫ ਡਿਗਰੀ ਦੇ ਵਿੱਚ ਆਉਣਗੇ, ਉਹ ਹੈ ਜੀ ਤੁਹਾਡੇ ਕੋਲ ਕੁਆਇਟ, ਟੂ, ਇੰਟਾਇਰਲੀ। ਤਾਂ ਇਹ ਸਾਰੇ ਜਿੰਨੇ ਵੀ ਵਰਡ ਆਪਾਂ ਨੋਟ ਕਰ ਲਏ, ਇਹ ਕੀ ਨੇ ਤੁਹਾਡੇ ਐਡਵਰਬ ਆਫ ਡਿਗਰੀ ਦੀ ਕੈਟਾਗਰੀ ਦੇ ਵਿੱਚ ਆ ਜਾਂਦੇ ਆ। ਆਪਾਂ ਕਹਿੰਦੇ ਆ ਐਕਸਟ੍ਰੀਮਲੀ, ਐਕਸਟ੍ਰੀਮਲੀ ਸੌਰੀ ਕਹਿ ਰਹੇ ਨੇ ਜਿਵੇਂ ਨਾ, ਤਾਂ ਉਹ ਵਾਲੀ ਚੀਜ਼ ਕੀ ਆਪਣੇ ਕੋਲੇ ਐਡਵਰਬ ਡਿਗਰੀ ਦੇ ਵਿੱਚ ਆ ਜਾਂਦੀ ਹੈ। ਆਲਮੋਸਟ ਵਰਡ ਆਪਾਂ ਯੂਜ਼ ਕਰਦੇ ਹਾਂ। ਅਗੇਨ ਐਡਵਰਬ ਆਫ ਡਿਗਰੀ ਹੈ। ਆਪਾਂ ਵਰਡ ਯੂਜ਼ ਕਰਦੇ ਹਾਂ ਜੀ ਐਬਸੋਲਿਊਟਲੀ, ਐਬਸੋਲਿਊਟਲੀ। ਅਗੇਨ ਕੀ ਐਡਵਰਬ ਆਫ ਡਿਗਰੀ ਦੇ ਵਿੱਚ ਆ ਜਾਂਦਾ ਹੈ। ਸਿਮਿਲਰਲੀ ਤੁਹਾਡੇ ਕੋਲੇ ਬਹੁਤ ਸਾਰੇ ਵਰਡ ਨੇ ਜਿਹੜੇ ਤੁਸੀਂ ਯੂਜ਼ ਕਰਦੇ ਹੋ, ਐਡਵਰਬ ਆਫ ਡਿਗਰੀ ਦੇ ਵਿੱਚ ਆ ਜਾਂਦੇ। ਤਾਂ ਇਹ ਕੀ ਨੇ ਤੁਹਾਡੇ ਕੋਲੇ ਐਡਵਰਬ ਆਫ ਡਿਗਰੀ ਨੂੰ ਸ਼ੋ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ, ਡਿਗਰੀ ਨੂੰ ਸ਼ੋ ਕਰਨ ਦੇ ਲਈ ਤੁਸੀਂ ਯੂਜ਼ ਕਰਦੇ ਹੋ। ਹਾਂਜੀ, ਤਾਂ ਨੈਕਸਟ ਟਾਈਪ ਜਿਹੜੀ ਆਪਾਂ ਡਿਸਕਸ ਕਰਨੀ ਹੈ, ਦੈਟ ਇਜ਼ ਐਡਵਰਬ ਆਫ ਫ੍ਰੀਕੁਐਂਸੀ। ਤਾਂ ਹੁਣ ਆਪਾਂ ਜਿਹੜੀਆਂ ਟਾਈਪਸ ਡਿਸਕਸ ਕਰ ਚੁੱਕੇ ਹਾਂ, ਪਹਿਲੀ ਆਪਣੀ ਟਾਈਮ ਹੋ ਗਈ, ਸੈਕਿੰਡ ਆਪਾਂ ਮੈਨਰ ਡਿਸਕਸ ਕੀਤੀ ਹੈ, ਥਰਡ ਇਜ਼ ਪਲੇਸ, ਐਂਡ ਦ ਫੋਰਥ ਇਜ਼ ਡਿਗਰੀ, ਐਂਡ ਫਿਫਥ ਟਾਈਪ ਦੈਟ ਵੀ ਹੈਵ ਟੂ ਡਿਸਕਸ ਇਜ਼ ਐਡਵਰਬ ਆਫ ਫ੍ਰੀਕੁਐਂਸੀ। ਤਾਂ ਫ੍ਰੀਕੁਐਂਸੀ ਦਾ ਮਤਲਬ ਕੀ ਹੁੰਦਾ ਹੈ, ਕਿਸੇ ਚੀਜ਼ ਦੇ ਬਾਰੇ ਦੱਸਣਾ ਵੀ ਉਹ ਕਿਸ ਤਰੀਕੇ ਨਾਲ ਚੱਲ ਰਹੀ ਹੈ, ਰੋਜ਼ ਹੋ ਰਹੀ ਹੈ, ਕਦੇ ਕਦਾਈ ਹੋ ਰਹੀ ਹੈ, ਤਾਂ ਉਹ ਹੋ ਜਾਂਦੀ ਹੈ ਤੁਹਾਡੇ ਕੋਲ ਫ੍ਰੀਕੁਐਂਸੀ ਹੋ ਜਾਂਦੀ ਹੈ। ਦੇਖੋ ਜੀ, ਤਾਂ ਆਪਣੇ ਕੋਲ ਕਿਹੜੇ ਕਿਹੜੇ ਵਰਡ ਆ ਜਿਹੜੇ ਫ੍ਰੀਕੁਐਂਸੀ ਦੇ ਅੰਦਰ ਆਪਾਂ ਡਿਸਕਸ ਕਰਾਂਗੇ, ਦੈਟ ਇਜ਼ ਆਲਵੇਜ਼, ਜਿਵੇਂ ਆਪਾਂ ਹਮੇਸ਼ਾ ਵਰਡ ਯੂਜ਼ ਕਰ ਲੈਂਦੇ ਹਾਂ। ਓਫਨ ਵਰਡ ਦਾ ਜਿਹੜਾ ਯੂਜ਼ ਕਰਦੇ ਹਾਂ ਆਪਾਂ ਫ੍ਰੀਕੁਐਂਸੀ ਦੇ ਵਿੱਚ ਹੀ ਕੀਤਾ ਜਾਂਦਾ ਹੈ। ਰੇਅਰਲੀ, ਰੇਅਰਲੀ, ਯੂਜ਼ੁਅਲੀ, ਨਾਰਮਲੀ, ਅਗੇਨ, ਟਵਾਈਸ, ਥਰਾਈਸ। ਤਾਂ ਇਹ ਸਾਰੇ ਕੀ ਆ ਜਾਂਦੇ ਤੁਹਾਡੇ ਕੋਲ ਫ੍ਰੀਕੁਐਂਸੀ ਦੇ ਵਿੱਚ ਆ ਜਾਂਦੇ ਆ। ਫ੍ਰੀਕੁਐਂਸੀ ਨੂੰ ਸ਼ੋ ਕਰਨ ਦੇ ਲਈ ਯੂਜ਼ ਕਰਦੇ ਹੋ ਤੁਸੀਂ। ਤਾਂ ਐਡਵਰਬ ਆਫ ਫ੍ਰੀਕੁਐਂਸੀ ਦੀ ਕੈਟਾਗਰੀ ਚ ਤੁਸੀਂ ਇਹਨਾਂ ਵਰਡਸ ਨੂੰ ਡਿਸਕਸ ਕਰੋਗੇ। ਨੈਕਸਟ ਟਾਈਪ ਹੈ ਜਿਹੜੀ ਆਪਣੇ ਕੋਲ ਉਹ ਹੈ ਜੀ ਐਡਵਰਬ ਆਫ ਰੀਜ਼ਨ। ਤਾਂ ਹੁਣ ਆਪਾਂ ਪਿੱਛੇ ਇੱਕ ਫਰੇਜ਼ ਕੀਤੀ ਸੀ ਜਿਹਦੇ ਵਿੱਚ ਉਹ ਰੀਜ਼ਨ ਦੱਸ ਰਹੀ ਸੀ। ਤਾਂ ਆਪਾਂ ਮੈਂ ਤੁਹਾਨੂੰ ਉੱਥੇ ਕਿਹਾ ਸੀ ਕਿ ਇਹ ਇੱਕ ਐਡਵਰਬੀਅਲ ਫਰੇਜ਼ ਹੈ, ਤੇ ਦੱਸਣ ਲਈ ਕੀ ਸੀ ਕਿ ਕਿਹੜੀ ਟਾਈਪ ਦੇ ਵਿੱਚ ਆਏਗੀ, ਐਡਵਰਬ ਆਫ ਰੀਜ਼ਨ ਦੇ ਵਿੱਚ ਆਏਗੀ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਐਡਵਰਬ ਆਫ ਰੀਜ਼ਨ ਹੈ ਜਿਹੜਾ ਮੈਂ ਡਿਸਕਸ ਕਰ ਰਹੀ, ਸੋ ਇਹ ਟਾਈਪ ਸੀ। ਤਾਂ ਹੁਣ ਐਡਵਰਬ ਆਫ ਰੀਜ਼ਨ ਦੇ ਵਿੱਚ ਤੁਹਾਡੇ ਕੋਲ ਕਿਹੜੇ ਕਿਹੜੇ ਵਰਡ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ, ਉਹ ਨੇ ਜੇ ਤੁਸੀਂ ਯੂਜ਼ ਕਰਦੇ ਹੋ ਜਿਵੇਂ ਬਿਕੋਜ਼ ਦਾ, ਕਿਉਂਕਿ ਵਰਡ ਆਪਾਂ ਕਹਿ ਦਿੰਦੇ ਆ ਨਾ, ਤਾਂ ਬਿਕੋਜ਼ ਕੀ ਹੈ ਤੁਹਾਡੇ ਕੋਲ ਐਡਵਰਬ ਆਫ ਰੀਜ਼ਨ ਦੇ ਵਿੱਚ ਆ ਜਾਂਦਾ ਹੈ। ਤੁਸੀਂ ਯੂਜ਼ ਕਰ ਸਕਦੇ ਹੋ ਵਰਡ देयर फॉर ਦਾ, देयर फॉर ਦਾ, ਇਹ ਵੀ ਕੀ ਆਪਣੇ ਕੋਲੇ ਐਡਵਰਬ ਆਫ ਰੀਜ਼ਨ ਦੇ ਵਿੱਚ ਆ ਜਾਂਦਾ ਹੈ। ਸਿਮਿਲਰਲੀ ਆਪਣੇ ਕੋਲੇ ਵਰਡ ਹੁੰਦਾ ਸੋ, ਦਸ, ਹੈਂਸ।
ਆਪਾਂ यूज करते हैं इन्हों रीजन दसन दे लई रीजन दे वास्ते ਆਪਾਂ यूज करते हैं वर्ड्स बिकॉज देयरफॉर सो दस हैंस मोर ओवर ये सारे की ने ਤੁਹਾਡੇ ਕੋਲੇ एडवर्ब ऑफ रीजन ने नाम ਦੀ ਲੈਸ ਜਿਹੜਾ ਤੁਹਾਡਾ एडवर्ब ऑफ रीजन ਦੇ ਵਿੱਚ ਹੀ ਹੈ ਜਿਹੜਾ ਆ ਜਾਂਦਾ ਹੈ। ਹਾਂਜੀ ਤਾਂ ਆਪਾਂ ਜਿਹੜੀਆਂ 6 ਟਾਈਪਾਂ ਉਹ ਡਿਸਕਸ ਕਰ ਚੁੱਕੇ ਹਾਂ। 7th ਟਾਈਪ ਜਿਹੜੀ ਆਪਾਂ ਡਿਸਕਸ ਕਰਨੀ ਹੈ ਦੈਟ ਇਜ਼ ਇੰਟਰੋਗੇਟਿਵ ਐਡਵਰਬ ਜਾਂ ਫਿਰ ਤੁਸੀਂ ਇਸੇ ਨੂੰ ਹੀ ਕਹਿ ਸਕਦੇ ਹੋ ਰਿਲੇਟਿਵ ਐਡਵਰਬ। ਦੋਨੋਂ ਸੇਮ ਹੀ ਵਰਡ ਹੈ ਜਿਹੜੇ ਆਪਾਂ ਯੂਜ਼ ਕਰਦੇ ਹਾਂ ਸੈਂਟੈਂਸ ਦੇ ਵਿੱਚ ਥੋੜਾ ਜਿਹਾ ਡਿਫਰੈਂਸ ਹੁੰਦਾ ਹੈ। ਤਾਂ ਹੁਣ ਇੰਟਰੋਗੇਟਿਵ ਐਡਵਰਬ ਤੇ ਰਿਲੇਟਿਵ ਐਡਵਰਬ ਦੇ ਵਿੱਚ ਕਿਹੜੇ ਵਰਡ ਆ ਜਾਂਦੇ ਜਿਵੇਂ ਆਪਾਂ ਯੂਜ਼ ਕਰ ਲੈਣੇ ਆ ਵੈਨ ਵੇਅਰ ਆਪਾਂ ਵਾਈ ਵਰਡ ਯੂਜ਼ ਕਰਦੇ ਹਾਂ ਹਾਊ ਵਰਡ ਯੂਜ਼ ਕਰਦੇ ਹਾਂ ਤਾਂ ਇਹ ਕੀ ਨੇ ਤੁਹਾਡੇ ਕੋਲੇ ਇੰਟਰੋਗੇਟਿਵ ਐਡਵਰਬਸ ਵੀ ਨੇ ਪਲੱਸ ਰਿਲੇਟਿਵ ਐਡਵਰਬ ਵਿੱਚ ਵੀ ਤੁਸੀਂ ਇਹ ਜਿਹੜਾ ਇਹਨਾਂ ਨੂੰ ਯੂਜ਼ ਕਰਦੇ ਹੋ। ਫੋਰ ਐਗਜ਼ਾਮਪਲ ਮੈਂ ਹੁਣ ਇੱਥੇ ਦੋ ਸੈਂਟੈਂਸ ਬਣਾ ਰਹੀ ਹਾਂ ਚੈੱਕ ਕਰਾਂਗੇ ਕਿੱਥੇ ਐਡਵਰਬ ਹੈ ਇੰਟਰੋਗੇਟਿਵ ਫਾਰਮ ਵਿੱਚ ਯੂਜ਼ ਕੀਤੀ ਜਾ ਰਹੀ ਹੈ ਕਿੱਥੇ ਇਸ ਐਡਵਰਬ ਨੂੰ ਯੂਜ਼ ਕਰ ਰਹੇ ਹਾਂ ਪਰ ਰਿਲੇਟਿਵ ਐਡਵਰਬ ਦੀ ਫਾਰਮ ਦੇ ਵਿੱਚ। ਹਾਂਜੀ ਵੈਨ ਵਿਲ he arrive when will he arrive तो मैं एक सेंटेंस बनाया by using the word when तो when तो उन्होंने दस ही दिता कि ये एक एडवर्ब है हुणे इंटरोगेटिव एडवर्ब है या फिर रिलेटिव एडवर्ब है ये चीज तुसी मैनू दसनी है। सेकंड क्वेश्चन है जी तुहाडे कोल आई नो when he will come I know when he will come ਤਾਂ ਤੁਹਾਡੇ ਕੋਲੇ ਦੋ ਸੈਂਟੈਂਸ ਨੇ ਹੁਣ ਦੋਹਾਂ ਦੇ ਵਿੱਚ ਮੈਂ ਯੂਜ਼ ਕੀਤਾ ਵਰਡ ਵੈਨ ਦਾ ਹੁਣ ਵੈਨ ਤੁਹਾਨੂੰ ਪਤਾ ਹੈ ਕਿ ਇੱਕ ਕੀ ਹੈ ਇੰਟਰੋਗੇਟਿਵ ਐਡਵਰਬ ਵੀ ਹੈ ਤੇ ਪਲੱਸ ਸੈਕਿੰਡ ਆਪਾਂ ਯੂਜ਼ ਕਰ ਸਕਦੇ ਹਾਂ ਰਿਲੇਟਿਵ ਐਡਵਰਬ ਦੀ ਫਾਰਮ ਦੇ ਵਿੱਚ ਵੀ ਇਹ ਜਿਹੜਾ ਇਹ ਯੂਜ਼ ਹੋ ਜਾਂਦਾ ਹੈ। ਤਾਂ ਹੁਣ ਦੋ ਸੈਂਟੈਂਸ ਹੈ ਤੁਹਾਡੇ ਕੋਲ ਤੁਸੀਂ ਚੈੱਕ ਕਰੋਗੇ ਕਿੱਥੇ ਇਹਨੂੰ ਇੰਟਰੋਗੇਟਿਵ ਐਡਵਰਬ ਫਾਰਮ ਲਈ ਯੂਜ਼ ਕੀਤਾ ਜਾ ਰਿਹਾ ਹੈ ਜਾਂ ਫਿਰ ਕਿਹੜੇ ਸੈਂਟੈਂਸ ਦੇ ਵਿੱਚ ਇਹਨੂੰ ਯੂਜ਼ ਕੀਤਾ ਮੈਂ ਰਿਲੇਟਿਵ ਐਡਵਰਬ ਦੀ ਫਾਰਮ ਦੇ ਲਈ। ਹਾਂਜੀ ਤਾਂ ਚੈੱਕ ਕਰੋ ਸਭ ਤੋਂ ਪਹਿਲਾਂ ਇੰਟਰੋਗੇਟਿਵ ਦਾ ਮੀਨਿੰਗ ਤਾਂ ਤੁਹਾਨੂੰ ਪਤਾ ਹੀ ਹੋਣਾ ਇੰਟਰੋਗੇਟਿਵ ਕੁਐਸਚਨ ਹੈ ਜਿਹੜਾ ਤੁਸੀਂ ਬਹੁਤ ਵਾਰ ਸੁਣਿਆ ਹੋਣਾ ਜਿਹਦੇ ਪਿੱਛੇ ਤੁਹਾਡੇ ਕੋਲ ਆ ਕੜਛੀ ਦਾ ਸਾਈਨ ਹੁੰਦਾ ਹੈ क्वेश्चन मार्क का यूज किया जाता है तो वो ਤੁਹਾਡੇ ਕੋਲੇ ਇੰਟਰੋਗੇਟਿਵ ਫਾਰਮ ਦਾ ਆ ਜਾਂਦਾ ਹੁਣ ਇੱਥੇ ਦੇਖੋ ਮੇਰੇ ਕੋਲ ਕੀ ਯੂਜ਼ ਕੀਤਾ ਜਾ ਰਿਹਾ ਕੁਐਸਚਨ ਮਾਰਕ ਯੂਜ਼ ਕੀਤਾ ਜਾ ਰਿਹਾ ਕੁਐਸਚਨ ਮਾਰਕ ਯੂਜ਼ ਕੀਤਾ ਗਿਆ ਇਟ ਮੀਨਸ ਤੁਹਾਡੇ ਕੋਲੇ ਵੈਨ ਹੈ ਜਿਹੜਾ ਇੱਥੇ ਯੂਜ਼ ਕੀਤਾ ਜਾ ਰਿਹਾ ਐਜ਼ ਐਨ ਇੰਟਰੋਗੇਟਿਵ ਐਡਵਰਬ ਇੱਥੇ ਵੈਨ ਹੈ ਜਿਹੜਾ ਉਹ ਇੰਟਰੋਗੇਟਿਵ ਐਡਵਰਬ ਫਾਰਮ ਦੇ ਲਈ ਯੂਜ਼ ਕੀਤਾ ਜਾ ਰਿਹਾ ਸੈਕੰਡ ਸੈਂਟੈਂਸ ਦੇ ਵਿੱਚ ਦੇਖਾਂਗੇ ਆਈ ਨੋ ਵੈਨ ਹੀ ਵਿਲ ਕਮ ਤਾਂ ਇੱਥੇ ਮੈਂ ਵੈਨ ਦਾ ਯੂਜ਼ ਕੀਤਾ ਬਟ ਯੂਜ਼ ਕਿਹਦੇ ਲਈ ਕੀਤਾ ਮੈਂ ਦੋ ਸੈਂਟੈਂਸਸ ਨੂੰ ਜੁਆਇਨ ਕਰਨ ਦੇ ਲਈ ਯੂਜ਼ ਕੀਤਾ ਆਈ ਨੋ ਸੈਕਿੰਡ ਮੇਰੇ ਕੋਲ ਹੀ ਵਿਲ ਕਮ ਤਾਂ ਇੱਥੇ ਤੁਸੀਂ ਵੈਨ ਜਿਹੜਾ ਯੂਜ਼ ਕਰ ਰਹੇ ਹੋ ਰਿਲੇਟ ਕਰਨ ਦੇ ਲਈ ਕਰ ਰਹੇ ਹੋ ਸੋ ਸੈਕਿੰਡ ਦੇ ਵਿੱਚ ਤੁਹਾਡੇ ਕੋਲੇ ਰਿਲੇਟਿਵ ਐਡਵਰਬ ਹੈ ਜਿਹੜਾ ਵੈਨ ਯੂਜ਼ ਕੀਤਾ ਜਾ ਰਿਹਾ ਤਾਂ ਇਸ ਤਰੀਕੇ ਨਾਲ ਜਿਹੜਾ ਤੁਸੀਂ ਇਹਨਾਂ ਨੂੰ ਡਿਫਰੈਂਸ਼ੀਏਟ ਕਰ ਸਕਦੇ ਹੋ ਇੰਟਰੋਗੇਟਿਵ ਐਡਵਰਬ ਦੇ ਵਿੱਚ ਵੀ ਤੁਸੀਂ ਵੈਨ ਵੇਅਰ ਵਾਈ ਹਾਊ ਹੀ ਯੂਜ਼ ਕਰਦੇ ਹੋ ਰਿਲੇਟਿਵ ਦੇ ਵਿੱਚ ਵੀ ਵੈਨ ਵੇਅਰ ਵਾਈ ਹਾਊ ਦਾ ਹੀ ਯੂਜ਼ ਜਿਹੜਾ ਤੁਸੀਂ ਕਰ ਸਕਦੇ ਹੋ। ਸਿਮਿਲਰਲੀ ਤੁਹਾਡੇ ਕੋਲੇ ਲਾਸਟ ਜਿਹੜੀ ਟਾਈਪ ਹੈ ਦੈਟ ਇਜ਼ ਐਡਵਰਬ ਆਫ ਨਿਗੇਸ਼ਨ ਔਰ ਐਫਰਮੇਸ਼ਨ ਹੈ ਜਿਹੜਾ ਤੁਸੀਂ ਕਹਿ ਸਕਦੇ ਹੋ। ਹਾਂਜੀ ਤਾਂ ਨਿਗੇਸ਼ਨ ਦਾ ਤਾਂ ਨਾਮ ਤੋਂ ਹੀ ਪਤਾ ਲੱਗ ਜਾਂਦਾ ਵੀ ਇਹੋ ਜਿਹੀ ਚੀਜ਼ ਜਿਹੜੀ ਕਿ ਨਿਗੇਟ ਕਰ ਰਹੀ ਹੈ ਕਿਸੇ ਚੀਜ਼ ਨੂੰ ਨਾ ਜਿਹੜਾ ਕਰਨ ਦੇ ਲਈ ਤੁਸੀਂ ਯੂਜ਼ ਕਰ ਰਹੇ ਹੋ ਜਿਵੇਂ ਆਪਾਂ ਨੋ ਵਰਡ ਯੂਜ਼ ਕਰ ਲਿਆ ਨਾਟ ਵਰਡ ਯੂਜ਼ ਕਰ ਲਿਆ ਤਾਂ ਐਡਵਰਬ ਆਫ ਨਿਗੇਸ਼ਨ ਦੇ ਵਿੱਚ ਤੁਹਾਡੇ ਕੋਲ ਇਹੋ ਜਿਹੇ ਵਰਡ ਆ ਜਾਣਗੇ ਜਿਹੜੇ ਕਿਸੇ ਚੀਜ਼ ਨੂੰ ਨੈਗੇਟਿਵ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਆ ਨਾ ਕਰਨ ਦੇ ਲਈ ਯੂਜ਼ ਕੀਤੇ ਜਾਂਦੇ ਤੇ ਐਡਵਰਬ ਆਫ ਐਫਰਮੇਸ਼ਨ ਦਾ ਮੀਨਿੰਗ ਕੀ ਹੈ ਐਫਰਮੇਸ਼ਨ ਦਾ ਮੀਨਿੰਗ ਹੁੰਦਾ ਜੀ ਕਿਸੇ ਚੀਜ਼ ਦੀ ਪੁਸ਼ਟੀ ਕਰਨਾ ਪੁਸ਼ਟੀ ਕਰਨ ਦੇ ਵਾਸਤੇ ਤੁਸੀਂ ਜਿਹੜੇ ਵਰਡ ਯੂਜ਼ ਕਰਦੇ ਹੋ ਤੁਹਾਡੇ ਐਡਵਰਬ ਆਫ ਐਫਰਮੇਸ਼ਨ ਦੇ ਵਿੱਚ ਜਿਹੜੇ ਆਪਾਂ डिस्कस करांगे तो हम केड़े-केड़े वर्ड है जेडे तुहाडे कोले एडवर्ब ऑफ नेगेशन या फिर एफर्मेशन दे लिए यूज कीते जांदे हां जी तो आपा वर्ड यूज कर लैंगे जिवें सर्टेनली सर्टेनली ਜਾਂ ਫਿਰ ਆਪਣੇ ਕੋਲੇ वर्ड आ जांदा श्योरली नेगेशन ਵਿੱਚ ਆਪਾਂ वर्ड यूज कर ਲੈਂਦੇ ਆ नो नॉट ਜਾਂ अनडाउटेडली अनडाउटेडली ਤਾਂ ਇਹ ਕੀ ਆ ਜਾਂਦਾ ਤੁਹਾਡੇ ਕੋਲੇ ਐਡਵਰਬ ਆਫ ਨਿਗੇਸ਼ਨ ਜਾਂ ਫਿਰ ਐਫਰਮੇਸ਼ਨ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਨਿਗੇਸ਼ਨ ਦਾ ਮਤਲਬ ਹੁੰਦਾ ਨੋ ਵਾਲੇ ਮਤਲਬ ਜਿਵੇਂ ਨੋ ਆ ਗਿਆ ਨਾਟ ਆ ਗਿਆ ਅਨਡਾਊਟਡਲੀ ਆ ਗਿਆ ਇਹ ਕਿਹੜੇ ਨੇ ਤੁਹਾਡੇ ਐਡਵਰਬ ਆਫ ਨਿਗੇਸ਼ਨ ਦੇ ਵਿੱਚ ਆ ਜਾਣਗੇ ਐਫਰਮੇਸ਼ਨ ਦੇ ਵਿੱਚ ਜਿਵੇਂ ਮੈਂ ਸਰਟੇਨਲੀ ਵਰਡ ਯੂਜ਼ ਕੀਤਾ ਸ਼ੋਰਲੀ ਵਰਡ ਯੂਜ਼ ਕੀਤਾ ਆਬਵੀਅਸਲੀ ਆਪਾਂ ਯੂਜ਼ ਕਰ ਲੈਂਦੇ ਆ ਤਾਂ ਉਹ ਤੁਹਾਡੇ ਕੋਲ ਆ ਜਾਂਦੇ ਐਡਵਰਬ ਆਫ ਐਫਰਮੇਸ਼ਨ ਦੇ ਵਿੱਚ ਤਾਂ ਇਹ ਨੇ ਜੀ ਤੁਹਾਡੇ ਕੋਲੇ 8 ਟਾਈਪ ਜੋ ਕਿ ਆਪਾਂ ਐਡਵਰਬ ਦੇ ਵਿੱਚ ਡਿਸਕਸ ਕਰਦੇ ਹਾਂ ਇੱਕ ਵਾਰ ਇਹਨਾਂ ਨੂੰ ਗੋ ਥਰੂ ਕਰਾਂਗੇ ਦੈਨ ਆਪਾਂ ਡਿਸਕਸ ਕਰਾਂਗੇ ਆਪਣਾ ਨੈਕਸਟ ਟੌਪਿਕ ਹਾਂਜੀ ਤਾਂ ਚੈੱਕ ਕਰੋ ਇੱਕ ਵਾਰ ਸਾਰਿਆਂ ਨੂੰ ਗੋ ਥਰੂ ਕਰਾਂਗੇ ਫਰਸਟ ਆਪਣੇ ਕੋਲੇ ਐਡਵਰਬ ਆਫ ਟਾਈਮ ਦੇ ਵਾਸਤੇ ਯੂਜ਼ ਕਰ ਰਹੇ ਹੋ ਜਿਹੜੇ ਐਡਵਰਬਸ ਨੂੰ ਤੁਸੀਂ ਉਹਨਾਂ ਨੂੰ ਐਡਵਰਬ ਆਫ ਟਾਈਮ ਦੀ ਕੈਟਾਗਰੀਜ਼ ਲਾਓਗੇ ਜਿਵੇਂ ਆਪਣੇ ਕੋਲੇ ਵਰਡ ਹੈ ਨਾਓ ਯੈਸਟਰਡੇ ਸੂਨ ਲੇਟਰ ਜੈਟ ਅਗੋ ਬਿਫੋਰ ਟੁਡੇ ਟੁਨਾਈਟ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ ਐਡਵਰਬ ਆਫ ਟਾਈਮ ਦੀ ਕੈਟਾਗਰੀਜ਼ ਸੈਕਿੰਡ ਆਪਣੇ ਕੋਲੇ ਟਾਈਪ ਦੈਟ ਇਜ਼ ਐਡਵਰਬ ਆਫ ਮੈਨਰ ਤਾਂ ਫਿਰ ਐਡਵਰਬ ਆਫ ਮੈਨਰ ਦੇ ਵਿੱਚ ਕਿਹੜੇ ਵਰਡ ਆ ਜਾਣਗੇ ਜਿਨ੍ਹਾਂ ਨੂੰ ਤੁਸੀਂ ਮੈਨਰ ਸ਼ੋ ਕਰਨ ਦੇ ਲਈ ਯੂਜ਼ ਕਰਦੇ ਹੋ ਦੈਟ ਇਜ਼ ਪੋਲਾਈਟਲੀ ਸਿੰਸੀਅਰਲੀ ਕੇਅਰਫੁਲੀ ਪੇਨਫੁਲੀ ਜਾਂ ਆਪਾਂ ਜਿਹੜੇ ਇਹ ਵਰਡ ਯੂਜ਼ ਕਰ ਰਹੇ ਹਾਂ ਸਾਰੇ ਲਈ ਆ ਜਾਣਗੇ ਤੁਹਾਡੇ ਕੋਲੇ ਐਡਵਰਬ ਆਫ ਮੈਨਰ ਦੇ ਫਾਰਮ ਦੇ ਵਿੱਚ ਯੂਜ਼ ਕੀਤੇ ਜਾਣਗੇ ਸਿਮਿਲਰਲੀ ਥਰਡ ਟਾਈਪ ਜਿਹੜੀ ਆਪਾਂ ਡਿਸਕਸ ਕੀਤੀ ਹੈ ਦੈਟ ਇਜ਼ ਐਡਵਰਬ ਆਫ ਅ ਪਲੇਸ ਤਾਂ ਪਲੇਸ ਦੇ ਲਈ ਯੂਜ਼ ਕਰਨ ਵਾਲੇ ਜਿਹੜੇ ਵਰਡ ਨੇ ਤੁਹਾਡੇ ਕੋਲੇ ਐਡਵਰਬ ਦੇ ਫਾਰਮ ਦੇ ਵਿੱਚ ਤਾਂ ਤੁਸੀਂ ਉਹਨਾਂ ਨੂੰ ਯੂਜ਼ ਕਰੋਗੇ ਐਡਵਰਬ ਆਫ ਅ ਪਲੇਸ ਦੀ ਫਾਰਮ ਲਈ ਅੱਗੇ ਜੀ ਤੁਹਾਡੇ ਕੋਲੇ ਜਿਹੜੇ ਵਰਡ ਲਿਖੇ ਹੋਏ ਆ ਜਿਵੇਂ ਹੇਅਰ देयर ਅਪ ਆਫ ਅਵੇ
बैक, ऑन एंड डाउन, ये सारे किने तुहाडे कोले एडवर्ब ऑफ प्लेस ਨੂੰ ਸ਼ੋ ਕਰਨ ਦੇ ਲਈ ਯੂਜ਼ ਕੀਤੇ ਜਾ ਰਹੇ ਆ। ਸਿਮਿਲਰਲੀ ਫੋਰਥ ਟਾਈਪ ਹੈ ਤੁਹਾਡੇ ਕੋਲੇ that is adverb of degree। ਤਾਂ ਐਡਵਰਬ ਆਫ ਡਿਗਰੀ ਦੇ ਵਿੱਚ ਕੀ ਹੁੰਦਾ ਆਪਣੇ ਕੋਲੇ ਕਿਸੇ ਚੀਜ਼ ਦੀ ਡਿਗਰੀ ਦੱਸਣੀ ਹੈ ਕਿ ਕੋਈ ਚੀਜ਼ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ। ਹਾਂਜੀ, ਤਾਂ ਆਪਾਂ ਐਡਵਰਬ ਆਫ ਡਿਗਰੀ ਦਾ ਯੂਜ਼ ਕਰਦੇ ਹਾਂ। ਜਿਵੇਂ ਆਪਾਂ ਕੁਆਇਟ ਵਰਡ ਯੂਜ਼ ਕਰ ਲਿਆ, to, entirely, extremely, almost, absolutely, ਤਾਂ ਇਹ ਕੀ ਹੈ ਤੁਹਾਡੇ ਕੋਲੇ ਐਡਵਰਬ ਆਫ ਡਿਗਰੀ ਦੇ ਵਿੱਚ ਜਿਵੇਂ ਆਪਾਂ ਡਿਸਕਸ ਕਰਾਂਗੇ। ਸਿਮਿਲਰਲੀ ਆਪਾਂ ਫਿਫਥ ਟਾਈਪ ਕੀਤੀ ਹੈ that is adverb of frequency। ਫ੍ਰੀਕੁਐਂਸੀ ਨੂੰ ਸ਼ੋ ਕਰਨ ਦੇ ਲਈ ਜਿਹੜੇ ਵਰਡ ਯੂਜ਼ ਕੀਤੇ ਜਾਣਗੇ ਉਹ ਆ ਜਾਂਦੇ ਐਡਵਰਬ ਆਫ ਫ੍ਰੀਕੁਐਂਸੀ ਦੇ ਵਿੱਚ। ਜਿਵੇਂ ਆਪਣੇ ਕੋਲੇ ਵਰਡ ਆ ਜਾਂਦੇ ਆਲਵੇਜ਼, often, rarely, usually, normally, again, once, twice, ਤਾਂ ਤੁਹਾਨੂੰ ਇਹ ਚੀਜ਼ ਜਿਹੜੀ ਮੈਂ ਦੱਸੀ ਹੈ। ਸਿਮਿਲਰਲੀ ਆਪਣੇ ਕੋਲੇ ਐਡਵਰਬ ਆਫ ਰੀਜ਼ਨ। ਐਡਵਰਬ ਆਫ ਰੀਜ਼ਨ ਦੇ ਵਿੱਚ ਕੀ ਆ ਜਾਂਦਾ ਜਿਹੜੀ ਚੀਜ਼ ਤੁਹਾਡੇ ਕੋਲੇ ਕਿਸੇ ਚੀਜ਼ ਦਾ ਕਾਰਨ ਦੱਸਣ ਲਈ ਯੂਜ਼ ਕੀਤੀ ਜਾ ਰਹੀ ਹੈ, ਰੀਜ਼ਨ ਦੱਸਣ ਲਈ ਯੂਜ਼ ਕੀਤੀ ਜਾ ਰਹੀ ਹੈ, ਤਾਂ ਤੁਸੀਂ ਉਹਨੂੰ ਕੀ ਕਰ ਲਓਗੇ ਐਡਵਰਬ ਆਫ ਰੀਜ਼ਨ ਦੀ ਕੈਟਾਗਰੀ ਚ ਡਿਸਕਸ ਕਰਾਂਗੇ ਆਪਾਂ। that is because, therefore, so, thus, hence, moreover, none, less, ਤਾਂ ਇਹ ਕਿਹਦੇ ਵਿੱਚ ਆ ਜਾਂਦੇ ਤੁਹਾਡੇ ਕੋਲੇ ਐਡਵਰਬ ਆਫ ਰੀਜ਼ਨ ਦੇ ਵਿੱਚ ਆ ਜਾਂਦੇ ਹਨ। ਸਿਮਿਲਰਲੀ ਆਪਾਂ ਟਾਈਪ ਕੀਤੀ ਹੈ ਡਿਸਕਸ that is interrogative adverb ਔਰ relative adverb ਦੀ। ਤਾਂ interrogative adverb ਦੇ ਵਿੱਚ ਵੀ ਆਪਣੇ ਕੋਲੇ ਉਹੀ ਵਰਡ ਆ ਜਾਂਦੇ ਜਿਹੜੇ relative adverb ਦੇ ਵਿੱਚ ਹੁੰਦੇ ਆ। ਡਿਫਰੈਂਸ ਥੋੜਾ ਜਿਹਾ ਕਿ ਜਦੋਂ ਤੁਹਾਡੇ ਕੋਲੇ ਕੁਐਸਚਨ ਸਾਈਨ ਦਿੱਤਾ ਹੋਇਆ, ਕੁਐਸਚਨ ਮਾਰਕ ਦਿੱਤਾ ਹੋਇਆ, ਤਾਂ ਤੁਸੀਂ ਯੂਜ਼ ਕਰ ਲੈਂਦੇ ਹੋ ਉਹਨੂੰ ਐਜ਼ ਐਨ ਇੰਟਰੋਗੇਟਿਵ ਵਰਡ। ਬਟ ਜਿੱਥੇ ਤੁਹਾਡੇ ਕੋਲ ਐਜ਼ ਅ ਕੰਜੰਕਸ਼ਨ ਦੀ ਫਾਰਮ ਦੇ ਲਈ ਤੁਸੀਂ ਵਰਡ ਯੂਜ਼ ਕਰ ਰਹੇ ਹੋ ਵਰਡ ਫਾਰਮ ਦੇ, ਤਾਂ ਉੱਥੇ ਤੁਹਾਡੇ ਕੋਲ ਇਹ ਰਿਲੇਟਿਵ ਵਰਡ ਦੇ ਵਿੱਚ ਜਿਹੜਾ ਕਿ ਕਾਊਂਟ ਕੀਤਾ ਜਾਂਦਾ। ਜਿਵੇਂ ਆਪਾਂ ਦੋ ਸੈਂਟੈਂਸ ਬਣਾਏ ਆ, when will he arrive and I know when he will come। ਤਾਂ ਫਰਸਟ ਸੈਂਟੈਂਸ ਦੇ ਵਿੱਚ ਕੁਐਸਚਨ ਸਾਈਨ ਸੀ, ਕੁਐਸਚਨ ਪੁੱਛਿਆ ਜਾ ਰਿਹਾ ਸੀ, ਸੋ ਇਹ ਕੀ ਆ ਗਿਆ ਇੰਟਰੋਗੇਟਿਵ ਵਰਡ ਦੀ ਫਾਰਮ ਦੇ ਲਈ ਯੂਜ਼ ਕੀਤਾ ਜਾ ਰਿਹਾ। ਸੈਕੰਡ ਦੇ ਵਿੱਚ ਆਪਾਂ when ਵਰਡ ਯੂਜ਼ ਕੀਤਾ ਐਜ਼ ਅ ਕੰਜੰਕਸ਼ਨ, ਸੋ ਦੋ ਸੈਂਟੈਂਸਸ ਨੂੰ ਜੁਆਇਨ ਕਰ ਰਿਹਾ, I know and he will come ਨੂੰ। ਸੋ ਇੱਥੇ ਤੁਹਾਡੇ ਕੋਲ ਕੀ ਆ ਗਿਆ ਇੱਕ ਰਿਲੇਟਿਵ ਐਡਵਰਬ ਦੀ ਫਾਰਮ ਦੇ ਵਿੱਚ ਆਪਾਂ ਯੂਜ਼ ਕੀਤਾ ਹੈ। ਸਿਮਿਲਰਲੀ ਆਪਣੀ ਲਾਸਟ ਟਾਈਪ ਜਿਹੜੀ ਆਪਾਂ ਡਿਸਕਸ ਕੀਤੀ ਹੈ that is adverb of negation or affirmation। ਤਾਂ ਹੁਣ adverb of negation ਜਾਂ affirmation ਦਾ ਮਤਲਬ ਕੀ ਹੁੰਦਾ ਹੈ? negation ਤੁਹਾਨੂੰ ਦੱਸ ਦਿੱਤਾ ਕਿ ਨੈਗੇਟਿਵ ਫਾਰਮ ਦੇ ਲਈ ਯੂਜ਼ ਕੀਤਾ ਜਾਏਗਾ, ਜਿਵੇਂ ਆਪਾਂ no word ਯੂਜ਼ ਕਰ ਲੈਂਦੇ ਹਾਂ, not ਦਾ ਯੂਜ਼ ਕੀਤਾ ਜਾਂਦਾ ਹੈ, undoubtedly ਯੂਜ਼ ਕੀਤਾ ਜਾਂਦਾ ਹੈ। affirmation ਦਾ ਯੂਜ਼ ਕੀਤਾ ਜਾਂਦਾ ਹੈ ਜਦੋਂ ਕਿਸੇ ਚੀਜ਼ ਦੀ ਪੁਸ਼ਟੀ ਕਰਨੀ ਹੋਵੇ, certainly, surely, obviously, ਤਾਂ ਇਹ ਸਾਰੇ ਵਰਡ ਜਾਂਦੇ ਤੁਹਾਡੇ ਕੋਲ adverb of affirmation ਦੇ ਵਿੱਚ ਆ ਜਾਂਦੇ ਆ। ਤਾਂ ਇਹਦੇ ਨਾਲ ਆਪਣੇ ਜਿਹੜੀਆਂ ਟਾਈਪਸ ਹੋ ਜਿਹੜੀਆਂ ਆਪਾਂ ਡਿਸਕਸ ਕਰ ਚੁੱਕੇ ਹਾਂ, ਐਡਵਰਬ ਦੀਆਂ ਜਿਹੜੀਆਂ ਆਪਣੇ ਕੋਲੇ 8 ਟਾਈਪਸ ਦੀਆਂ ਆਪਾਂ ਬਣਾਈਆਂ ਨੇ, ਤੇ ਪਲੱਸ ਆਪਾਂ ਜਿਹੜੀ ਇਹਦੀ ਡੈਫੀਨੇਸ਼ਨ ਆ ਉਹ ਵੀ ਡਿਸਕਸ ਕੀਤੀ ਹੈ, ਪਲੱਸ ਉਹਦੇ ਨਾਲ ਡੈਫੀਨੇਸ਼ਨ ਨਾਲ ਰਿਲੇਟਡ ਕੁਝ ਐਗਜ਼ਾਮਪਲਸ ਜਿਹੜੀਆਂ ਆਪਾਂ ਦੇਖੀਆਂ ਨੇ। ਹਾਂਜੀ, ਤਾਂ ਨੈਕਸਟ ਟੌਪਿਕ ਜਿਹੜਾ ਆਪਾਂ ਡਿਸਕਸ ਕਰਨ ਜਾ ਰਹੇ ਹਾਂ that is difference between adjective and adverb। ਤਾਂ ਹੁਣ ਆਪਾਂ ਨੂੰ ਇਹਦੇ ਵਿੱਚ ਬਹੁਤ ਕਨਫਿਊਜ਼ਨ ਹੁੰਦੀ ਹੈ ਕਿ adjective ਕੀ ਹੁੰਦਾ ਹੈ ਕਿ adverb ਕੀ ਹੁੰਦਾ ਹੈ, ਬਿਕਾਜ਼ ਦੋਨੋਂ ਲਗਭਗ ਸਿਮਿਲਰ ਜਿਹੇ ਹੁੰਦੇ ਆ। ਤਾਂ ਇਹਨਾਂ ਦਾ ਯੂਜ਼ ਵੀ ਹੈ ਜਿਹੜਾ ਆਪਾਂ ਸਿੰਪਲ ਉਹੀ ਚੀਜ਼ ਕਿਸੇ ਚੀਜ਼ ਦੀ ਕੁਆਲਿਟੀ ਸ਼ੋ ਕਰਨ ਦੇ ਲਈ, ਕਿਸੇ ਚੀਜ਼ ਦੇ ਵਿੱਚ ਕੁਝ ਐਡ ਆਨ ਕਰਨ ਦੇ ਲਈ ਆਪਾਂ ਯੂਜ਼ ਕਰ ਲੈਂਦੇ ਹਾਂ। ਸੋ ਹੁਣ ਇਹਨਾਂ ਦੇ ਵਿੱਚ ਡਿਫਰੈਂਸ ਕਿਵੇਂ ਆ, ਕੀ ਚੀਜ਼ ਹੈ ਜਿਹੜੀ ਇਹਨਾਂ ਨੂੰ ਡਿਫਰੈਂਸ਼ੀਏਟ ਕਰਦੀ ਹੈ। ਹਾਂਜੀ, ਤਾਂ ਪਹਿਲਾਂ ਇੱਕ ਵਾਰ ਆਪਾਂ ਰੀਡਿੰਗ ਲੈ ਰਹੇ ਹਾਂ। adjective qualifies a noun and a pronoun, whereas adverb modifies a verb, an adjective or an adverb। ਤਾਂ ਹੁਣ ਇਹ ਤਾਂ ਤੁਹਾਡੇ ਕੋਲ adjective ਤੇ adverb ਦੀ ਡੈਫੀਨੇਸ਼ਨ ਹੀ ਹੈ ਕਿ adjective ਦਾ ਯੂਜ਼ ਕੀਤਾ ਜਾਂਦਾ ਹੈ ਕੀ ਚੀਜ਼ ਕਰਨ ਵਾਸਤੇ, ਕੁਆਲੀਫਾਈ ਕਰਨ ਵਾਸਤੇ, ਕੁਆਲਿਟੀ ਸ਼ੋ ਕਰਨ ਵਾਸਤੇ, ਕਿਹਦੀ ਨਾउन ਦੀ, ਔਰ ਜਾਂ ਫਿਰ ਆਪਾਂ ਤੁਸੀਂ ਯੂਜ਼ ਕਰ ਸਕਦੇ ਹੋ ਕਿ pronoun ਦੀ ਕੁਆਲਿਟੀ ਹੈ ਜਿਹੜੀ ਤੁਸੀਂ ਸ਼ੋ ਕਰਨ ਦੇ ਲਈ ਯੂਜ਼ ਕਰਦੇ ਹੋ ਵਰਡ adjective ਦਾ। ਸਿਮਿਲਰਲੀ ਤੁਹਾਡੇ ਕੋਲੇ ਜਿਹੜਾ verb ਵਰਡ ਹੈ ਉਹਦਾ ਯੂਜ਼ ਕੀ ਕੀਤਾ ਜਾਂਦਾ ਮੋਡੀਫਾਈ ਕਰਨ ਦੇ ਲਈ, ਸੇਮ ਹੀ ਕੁਆਲੀਫਾਈ ਕਰਨ ਦੇ ਲਈ ਕੀ ਚੀਜ਼ ਆਪਣਾ verb ਹੋ ਸਕਦੀ ਹੈ, adjective ਹੋ ਸਕਦਾ ਹੈ, ਜਾਂ ਫਿਰ ਆਪਣੀ another adverb ਹੈ ਜਿਹੜੀ adverb ਕੁਆਲਿਟੀ ਸ਼ੋ ਕਰਨ ਦੇ ਲਈ ਯੂਜ਼ ਕੀਤਾ ਜਾ ਸਕਦਾ ਹੈ। ਸੋ ਇਹ ਬੇਸਿਕ ਇਹਨਾਂ ਦੀ ਡੈਫੀਨੇਸ਼ਨ ਹੀ ਹੈ ਜਿਹੜੀ ਤੁਸੀਂ ਯਾਦ ਰੱਖਣੀ ਹੈ ਕਿ ਐਡਜੈਕਟਿਵ ਨੂੰ ਨਾउन pronoun ਦੀ ਕੁਆਲਿਟੀ ਸ਼ੋ ਕਰਨ ਲਈ ਯੂਜ਼ ਕੀਤਾ ਜਾਂਦਾ ਹੈ, ਬਟ ਐਡਵਰਬ ਆ ਜਿਹੜਾ ਉਹ ਤੁਹਾਡੇ ਕੋਲ ਕੁਆਲਿਟੀ ਸ਼ੋ ਕਰਦਾ ਹੈ ਕਿਸੇ verb ਦੀ, ਐਡਜੈਕਟਿਵ ਦੀ, ਜਾਂ ਫਿਰ another ਐਡਵਰਬ ਦੀ ਕੁਆਲਿਟੀ ਹੈ ਜਿਹੜੀ ਤੁਸੀਂ ਯੂਜ਼ ਕਰ ਸਕਦੇ ਹੋ ਐਜ਼ ਐਨ ਐਡਵਰਬ ਦੀ ਫਾਰਮ ਦੇ ਵਿੱਚ। ਹਾਂਜੀ, ਤਾਂ ਸਿਮਿਲਰਲੀ ਤੁਹਾਡੇ ਕੋਲੇ ਜਿਹੜਾ ਐਡਜੈਕਟਿਵ ਤੇ ਐਡਵਰਬ ਨੂੰ ਡਿਫਰੈਂਸ਼ੀਏਟ ਕਰਨ ਦੇ ਲਈ ਆਪਾਂ ਇੱਕ ਟੇਬਲ ਬਣਾਇਆ। ਚੈੱਕ ਕਰੋਗੇ ਟੇਬਲ ਤਾਂ ਜੋ ਤੁਹਾਨੂੰ ਜਿਹੜਾ ਇਹਨਾਂ ਦਾ ਡਿਫਰੈਂਸ ਹੈ ਜਿਹੜਾ ਉਹ ਪੂਰੇ ਚੰਗੇ ਤਰੀਕੇ ਨਾਲ ਸਮਝ ਆ ਜਾਏ, ਤੇ ਤੁਸੀਂ ਅੱਗੇ ਜਿਹੜਾ ਇਹਨਾਂ ਦੇ ਨਾਲ ਕਦੇ ਵੀ ਕਨਫਿਊਜ਼ ਨਾ ਹੋਗੇ ਕਿਹੜਾ ਵਰਡ ਐਡਜੈਕਟਿਵ ਦੇ ਵਿੱਚ ਆਏਗਾ ਜਾਂ ਕਿਹੜਾ ਵਰਡ ਹੈ ਤੁਹਾਡਾ ਜਿਹੜਾ ਉਹ ਐਡਵਰਬ ਫਾਰਮ ਵਿੱਚ ਯੂਜ਼ ਕੀਤਾ ਜਾਏ। ਚੈੱਕ ਕਰੋ ਜੀ, ਤਾਂ ਫਰਸਟ ਹੈ ਤੁਹਾਡੇ ਕੋਲੇ ਐਡਜੈਕਟਿਵ ਕਮ ਬਿਫੋਰ ਨਾउन। ਤਾਂ ਹੁਣ ਤੁਹਾਨੂੰ ਪਹਿਲੇ ਹੀ ਦੱਸਿਆ ਕਿ ਆਪਾਂ ਐਡਜੈਕਟਿਵ ਦੇ ਵਿੱਚ ਐਡਜੈਕਟਿਵ ਦਾ ਟੌਪਿਕ ਆਪਣਾ ਪੂਰਾ ਕੰਪਲੀਟ ਹੋ ਚੁੱਕਿਆ ਹੈ। ਇੱਥੇ ਸਿਰਫ ਤੁਹਾਡੀ ਐਡਜੈਕਟਿਵ ਦੀ ਇੱਕ ਵਾਰ ਕਹਿ ਸਕਦੇ ਹਾਂ ਪਰ ਰਿਵੀਜ਼ਨ ਚੱਲ ਰਹੀ ਹੈ। ਐਡਵਰਬ ਹੈ ਜਿਹੜਾ ਉਹਨੂੰ ਆਪਾਂ ਕੰਪੇਅਰ ਕਰਕੇ ਚੱਲਦੇ ਹਾਂ ਕਿ ਇਹ ਐਡਜੈਕਟਿਵ ਨਾਲ ਕਿਸ ਤਰੀਕੇ ਨਾਲ ਡਿਫਰੈਂਟ ਹੈ। ਹਾਂਜੀ, ਤਾਂ ਫਰਸਟ ਹੈ ਜਿਹੜਾ ਸੈਂਟੈਂਸ ਤੁਸੀਂ ਚੈੱਕ ਕਰੋਗੇ adjectives come before noun। ਤਾਂ ਜਿੱਥੇ ਵੀ adjective word ਆ ਗਿਆ ਤਾਂ ਉਹ ਕੀ ਹੋਏਗਾ ਤੁਹਾਡੇ ਕੋਲੇ ਹਮੇਸ਼ਾ ਤੁਸੀਂ ਚੈੱਕ ਕਰੋਗੇ noun ਤੋਂ ਪਹਿਲਾਂ ਹੀ ਯੂਜ਼ ਕੀਤਾ ਜਾਏਗਾ। ਤਾਂ noun ਤੋਂ ਪਹਿਲਾਂ ਜਿਹੜੀ word ਯੂਜ਼ ਕੀਤੇ ਜਾਂਦੇ ਉਹ ਤੁਹਾਡੇ ਕੋਲ ਕੀ ਆ ਜਾਂਦੇ adjective form ਦੇ ਵਿੱਚ ਆ ਜਿਹੜਾ ਤੁਸੀਂ ਯੂਜ਼ ਕਰਦੇ। ਜਿਵੇਂ ਮੈਂ ਕੀਤਾ he is a good boy। ਤਾਂ ਗੁੱਡ ਵਰਡ ਹੈ ਜਿਹੜਾ ਐਡਜੈਕਟਿਵ ਹੈ ਯੂਜ਼ ਕਿਹਦੇ ਤੋਂ ਪਹਿਲਾਂ ਕੀਤਾ ਜਾ ਰਿਹਾ ਬॉय ਤੋਂ ਪਹਿਲਾਂ ਮੈਂ ਯੂਜ਼ ਕੀਤਾ। ਸੋ ਬॉय ਇੱਕ ਨਾउन ਸੀ, ਨਾउन ਤੋਂ ਪਹਿਲਾਂ ਯੂਜ਼ ਕੀਤਾ ਵਰਡ ਗੁੱਡ ਦਾ, ਤਾਂ ਇਹ ਕੀ ਆ ਗਿਆ ਆਪਣੇ ਕੋਲ ਇੱਥੇ ਐਡਜੈਕਟਿਵ ਫਾਰਮ ਦੇ ਲਈ ਮੈਂ
यूज किया। तो सैकेंड चीज जो देखोगे एडवर्ब की केस ਦੇ ਵਿੱਚ एडवर्ब्स जनरली कम आफ्टर नाउन। तो एडवर्ब का यूज है ਜਿਹੜਾ बेसिकली यूज किया जाता है आफ्टर नाउन। नाउन तो बाद है ਜਿਹੜਾ ਤੁਸੀਂ यूज करते हो अपने ਕੋਲੇ एडवर्ब्स का। वर्ब का यूज नाउन तो बाद किया जाएगा, एडजेक्टिव्स का यूज नाउन तो पहले किया जाएगा। सैकेंड चीज ਜਿਹੜੀ ਆਪਾਂ ਨੋਟ ਕਰਾਂਗੇ दैट इज एडजेक्टिव्स जनरली आंसर द क्वेश्चंस लाइक। ਜਦੋਂ ਤੁਸੀਂ एडजेक्टिव ਦਾ यूज ਕਰੋਗੇ ਤਾਂ ਉਹ ਕਿਸ ਤਰੀਕੇ ਦੇ ਕੁਐਸਚਨ ਦਾ ਆਨਸਰ ਕਰਦਾ ਹੁੰਦਾ ਸੈਂਟੈਂਸ ਦੇ ਵਿੱਚ which one ਕਿਹੜਾ, but kind of ਕਿਸ ਤਰੀਕੇ ਦਾ, how many ਕਿੰਨਾ ਕੁ। ਤਾਂ ਇਹ ਵਾਲੀ ਚੀਜ਼ ਹੈ ਜਿਹੜੀ ਤੁਸੀਂ यूज कर रहे हो ਤਾਂ ਇਹ ਤੁਹਾਡੇ ਕੋਲੇ ਡਿਸਕ੍ਰਾਈਬ ਕਰ ਰਿਹਾ ਹੋਏਗਾ ਐਡਜੈਕਟਿਵ ਹੈ ਜਿਹੜਾ ਆਪਣੇ ਕੋਲੇ यूज ਕੀਤਾ ਜਾ ਰਿਹਾ ਉਹ ਵਾਲਾ ਜਿਹੜਾ ਹੈ ਇਹਨਾਂ ਕੁਐਸਚਨ ਦਾ ਆਨਸਰ ਕਰੇਗਾ। ਸਿਮਿਲਰਲੀ ਤੁਹਾਡੇ ਕੋਲੇ ਜੇ ਐਡਵਰਬ ਵਰਡ ਹੈ ਤਾਂ ਐਡਵਰਬ ਵਰਡ ਕਿਹੜੇ ਕੁਐਸਚਨ ਜਿਹੜੇ ਆਪਣੇ ਕੋਲੇ ਆਨਸਰ ਕਰੇਗਾ। ਐਡਵਰਬ ਜਨਰਲੀ ਆਨਸਰ ਦ ਕੁਐਸਚਨਸ ਲਾਈਕ ਤੁਹਾਡੇ ਕੋਲੇ ਹਾਊ ਦਾ ਆਨਸਰ ਹੋ ਸਕਦਾ ਹੈ, ਵਾਈ, ਵੇਅਰ, ਵਟ ਔਰ ਵੈਨ ਦਾ ਆਨਸਰ ਕਰਨ ਦੇ ਲਈ ਤੁਸੀਂ यूज ਕਰ ਸਕਦੇ ਹੋ ਵਰਡ ਐਡਵਰਬ ਦਾ। ਨੈਕਸਟ ਆਪਣੇ ਕੋਲ ਐਗਜ਼ਾਮਪਲਸ ਨੇ ਡਿਸਕਸ ਕਰ ਰਹੇ ਹਾਂ। ਹਾਂਜੀ ਤਾਂ ਫਰਸਟ ਐਗਜ਼ਾਮਪਲ ਜਿਹੜੀ ਤੁਸੀਂ ਐਡਜੈਕਟਿਵ ਟਾਈਪ ਦੇ ਵਿੱਚ ਦੇਖੋਗੇ ਦੈਟ ਇਜ਼ ਸ਼ੀ ਇਜ਼ ਬਿਊਟੀਫੁਲ ਡਾਂਸਰ। ਤਾਂ ਹੁਣ ਤੁਹਾਨੂੰ ਕਿਹਾ ਜਾਵੇ ਤਾਂ ਇੱਥੇ ਦੇਖੋ ਕਿ ਤੁਹਾਡੇ ਕੋਲ ਕਿਹੜਾ ਵਰਡ ਹੈ ਜਿਹੜਾ ਆਪਣੇ ਕੋਲ ਐਡਜੈਕਟਿਵ ਫਾਰਮ ਲਈ ਯੂਜ਼ ਕੀਤਾ ਜਾ ਰਿਹਾ। ਸੋ ਡਾਂਸਰ ਵਰਡ ਹੈ ਤੁਹਾਨੂੰ ਪਤਾ ਲੱਗ ਗਿਆ ਇੱਕ ਨਾउन ਹੈ ਤਾਂ ਉਹ ਤੋਂ ਪਹਿਲਾਂ ਆਏਗਾ। ਸੋ ਇੱਥੇ ਆ ਗਿਆ ਆਪਣੇ ਕੋਲ ਵਰਡ ਬਿਊਟੀਫੁਲ। ਬਿਊਟੀਫੁਲ ਕੀ ਹੈ, ਇੱਕ ਐਡਜੈਕਟਿਵ ਹੈ ਯੂਜ਼ ਕੀਤਾ ਜਾ ਰਿਹਾ ਤੁਹਾਡੇ ਕੋਲੇ ਡਾਂਸਰ ਦੀ ਫਾਰਮ ਦੇ ਵਿੱਚ। ਡਾਂਸਰ ਦੇ ਪਹਿਲਾਂ ਸੋ ਨਾउन ਤੋਂ ਪਹਿਲਾਂ ਯੂਜ਼ ਕੀਤਾ ਜਾ ਰਿਹਾ। ਸੋ ਇਹ ਕੀ ਆ ਗਿਆ ਆਪਣੇ ਕੋਲੇ ਐਡਜੈਕਟਿਵ ਆ ਗਿਆ। ਸਿਮਿਲਰਲੀ ਤੁਸੀਂ ਐਡਵਰਬ ਦੇ ਵਿੱਚ ਦੇਖੋਗੇ ਸ਼ੀ ਡਾਂਸਰਸ ਬਿਊਟੀਫੁਲੀ ਤਾਂ ਹੁਣ ਇੱਥੇ ਤੁਸੀਂ ਯੂਜ਼ ਕੀਤਾ ਵਰਡ ਬਿਊਟੀਫੁਲੀ ਦਾ। ਬਿਊਟੀਫੁਲੀ ਕੀ ਹੈ ਤੁਹਾਡੇ ਕੋਲ ਇੱਥੇ ਐਡਵਰਬ ਹੈ। ਕਿੱਥੋਂ ਪਤਾ ਲੱਗੇਗਾ ਤੁਸੀਂ ਚੈੱਕ ਕਰੋ ਸ਼ੀ ਡਾਂਸਰਸ ਬਿਊਟੀਫੁਲੀ ਤਾਂ ਹੁਣ ਇਹਦੇ ਸ਼ੀ ਨੂੰ ਡਿਸਕ੍ਰਾਈਬ ਕਰਨ ਦੇ ਲਈ ਵਰਡ ਬਿਊਟੀਫੁਲੀ ਨਹੀਂ ਯੂਜ਼ ਕੀਤਾ, ਤੁਸੀਂ ਡਾਂਸਰਸ ਵਰਡ ਨੂੰ ਡਿਸਕ੍ਰਾਈਬ ਕਰਨ ਲਈ ਯੂਜ਼ ਕਰ ਰਹੇ। ਤੇ ਡਾਂਸਰਸ ਕੀ ਹੈ ਤੇ ਇੱਕ ਵਰਬ ਹੈ, ਵਰਬ ਨੂੰ ਡਿਸਕ੍ਰਾਈਬ ਕਰਨ ਦੇ ਲਈ ਤੁਸੀਂ ਜਿਹੜੇ ਵਰਡ ਯੂਜ਼ ਕਰਦੇ ਹੋ ਉਹ ਹੁੰਦੇ ਤੁਹਾਡੇ ਐਡਵਰਬ। ਸਿਮਿਲਰਲੀ ਸੈਕੰਡ ਸੈਂਟੈਂਸ ਚੈੱਕ ਕਰਾਂਗੇ ਸ਼ੀ ਇਜ਼ ਐਕਸਟ੍ਰੀਮਲੀ ਬਿਊਟੀਫੁਲ ਤਾਂ ਇੱਥੇ ਤੁਸੀਂ ਵਰਡ ਯੂਜ਼ ਕੀਤਾ ਜੀ ਬਿਊਟੀਫੁਲ। ਬਿਊਟੀਫੁਲ ਇੱਕ ਐਡਜੈਕਟਿਵ ਹੈ। ब्यूटीफुल की एडजेक्टिव जो आप इधर देख डिस्कस करके आए ना देखो तो डिस्कस किया कि ब्यूटीफुल की एक एडजेक्टिव है बट ब्यूटीफुल तो पहला जो वर्ड यूज किया आप एक्सट्रीमली ब्यूटीफुल तो एक्सट्रीमली की इतने एडवर्ब है। एडवर्ब जो कि यूज किया जा रहा है टू डिस्क्राइब एडजेक्टिव। सिमिलरली थर्ड नंबर सेंटेंस चेक करेंगे शी डांसर्स रियली ब्यूटीफुली तो अगेन तुम चेक करोगे कि ब्यूटीफुली वर्ड है जो ਤੁਹਾਡੇ ਕੋਲੇ ਆਪਾਂ ਉੱਪਰ सेंटेंस फर्स्ट पढ़िया कि ब्यूटीफुली की एक एडवर्ब होगी ਤੇ ਐਡਵਰਬ ਤੋਂ ਪਹਿਲਾਂ ਜਿਹੜਾ ਵਰਡ ਯੂਜ਼ ਕੀਤਾ ਜਾ ਰਿਹਾ ਤੇ ਇੱਥੇ ਕੀ ਆ ਗਿਆ ਆਪਣੇ ਕੋਲੇ ਅਗੇਨ ਇੱਕ ਐਡਵਰਬ ਹੈ, ਰੀਅਲੀ ਵੀ ਇੱਕ ਐਡਵਰਬ ਹੈ ਤੇ ਬਿਊਟੀਫੁਲੀ ਵੀ ਇੱਕ ਐਡਵਰਬ ਹੈ। ਤੇ ਐਡਵਰਬ ਡਿਸਕ੍ਰਾਈਬ ਕਰਨ ਦੇ ਲਈ ਆਪਾਂ ਐਡਵਰਬ ਯੂਜ਼ ਕੀਤੀ ਹੈ। ਸੋ ਇਹ ਵੀ ਆਪਣੇ ਕੋਲੇ ਸੈਂਟੈਂਸ ਦੇ ਵਿੱਚ ਆਪਾਂ ਦੇਖ ਲਿਆ। ਐਡਵਰਬ ਹੈ ਜਿਹੜਾ ਡਿਸਕ੍ਰਾਈਬ ਕਰ ਸਕਦਾ ਹੈ ਕਿਸੇ ਵਰਬ ਨੂੰ, ਐਡਜੈਕਟਿਵ ਨੂੰ ਜਾਂ ਫਿਰ ਐਡਵਰਬ ਨੂੰ ਤੇ ਜਿਹੜੇ ਆਪਣੇ ਕੋਲੇ ਐਡਜੈਕਟਿਵ ਹੁੰਦੇ ਆ ਉਹ ਡਿਸਕ੍ਰਾਈਬ ਕਰਦੇ ਆ ਜੀ ਨਾਮ ਨੂੰ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਪ੍ਰਨਾਉਨ ਨੂੰ। ਤਾਂ ਇਹ ਹੈ ਜੀ ਤੁਹਾਡਾ ਬਿਗੇਸਟ ਡਿਫਰੈਂਸ ਬਿਟਵੀਨ ਐਡਜੈਕਟਿਵ ਐਂਡ ਐਡਵਰਬ। ਆਈ ਹੋਪ ਤੁਹਾਡਾ ਜਿਹੜਾ ਐਡਜੈਕਟਿਵ ਤੇ ਐਡਵਰਬ ਦੇ ਵਿੱਚ ਕੋਈ ਵੀ ਕਨਫਿਊਜ਼ਨ ਹੈ ਜਿਹੜੀ ਉਹ ਨਹੀਂ ਰਹੀ ਹੋਣੀ ਕਿ ਐਡਜੈਕਟਿਵ ਦੇ ਵਿੱਚ ਕੀ ਆਉਂਦਾ ਹੈ ਤੇ ਐਡਵਰਬ ਦੇ ਵਿੱਚ ਆਪਣਾ ਕੀ ਆ ਜਾਂਦਾ ਹੈ। ਹਾਂਜੀ ਤਾਂ ਡਿਸਕਸ ਕਰਦੇ ਹਾਂ ਆਪਣਾ ਫਰਸਟ ਕਨਸੈਪਟ ਜਿਹੜਾ ਅੱਜ ਦੀ ਕਲਾਸ ਦਾ ਰੂਲਸ ਹੈ ਜਿਹੜੇ ਹੁਣ ਆਪਾਂ ਸਟਾਰਟ ਕਰਾਂਗੇ ਕਿਉਂਕਿ ਇਹ ਸੀ ਬੇਸਿਕ ਡੈਫੀਨੇਸ਼ਨਸ ਕਿ ਕਿਸ ਤਰੀਕੇ ਨਾਲ ਤੁਸੀਂ ਐਡਜੈਕਟਿਵ ਦਾ ਯੂਜ਼ ਕਰਦੇ ਹੋ ਜਾਂ ਕਿਵੇਂ ਅੰਦਰ ਜਿਹੜਾ ਤੁਹਾਡਾ ਐਡਵਰਬ ਐਡਜੈਕਟਿਵ ਤੋਂ ਡਿਫਰੈਂਟ ਹੁੰਦਾ ਹੈ। ਹਾਂਜੀ ਤਾਂ ਕਨਸੈਪਟ ਹੈ ਜਿਹੜਾ ਤੁਹਾਨੂੰ ਆਪਣਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਤਾਂ ਕੀ ਕਨਸੈਪਟ ਹੈ ਜੀ ਐਡਵਰਬਸ ਆਫ ਫ੍ਰੀਕੁਐਂਸੀ ਨਾਲ ਰਿਲੇਟਡ ਹੈ ਜਿਹੜਾ ਤੁਹਾਡੇ ਕੋਲੇ ਕਨਸੈਪਟ ਹੈ। ਹੁਣ ਆਪਾਂ ਐਡਵਰਬਸ ਆਫ ਫ੍ਰੀਕੁਐਂਸੀ ਪਿੱਛੇ ਪੜ੍ਹ ਕੇ ਆਏ ਇੱਕ ਟਾਈਪ ਹੁੰਦੀ ਹੈ ਨਾ ਫ੍ਰੀਕੁਐਂਸੀ ਦੱਸਣ ਦੇ ਲਈ ਜਿਵੇਂ ਆਪਾਂ ਵਰਡ ਆਫਨ ਵਗੈਰਾ ਜਿਹੜੇ ਯੂਜ਼ ਕੀਤੇ ਸੀ। ਦੇਖੋ ਜੀ ਤਾਂ ਐਡਵਰਬ ਆਫ ਫ੍ਰੀਕੁਐਂਸੀ ਜਨਰਲੀ ਪਲੇਸਡ ਬਿਫੋਰ ਦਾ ਵਰਬ ਦੇ ਮੋਡੀਫਾਈ। ਬੇਸਿਕਲੀ ਹੁੰਦਾ ਕੀ ਕਿ ਜਿਹੜੇ ਐਡਵਰਬ ਆਫ ਫ੍ਰੀਕੁਐਂਸੀ ਹੁੰਦੇ ਆ ਤੁਹਾਡੇ ਕੋਲੇ ਉਹ ਪਲੇਸ ਕੀਤੇ ਜਾਂਦੇ ਆ ਬਿਫੋਰ ਦਾ ਵਰਬ। ਵਰਬ ਤੋਂ ਪਹਿਲਾਂ ਯੂਜ਼ ਕੀਤੇ ਜਾਂਦੇ ਆ ਕਿਹੜੀ ਵਰਬ ਤੋਂ ਪਹਿਲਾਂ ਜਿਹਨੂੰ ਉਹ ਮੋਡੀਫਾਈ ਕਰ ਰਿਹਾ ਜਿਹਨੂੰ ਉਹ ਕੁਆਲੀਫਾਈ ਕਰ ਰਿਹਾ। ਹੁਣ ਕਿਹੜੇ-ਕਿਹੜੇ ਵਰਡ ਨੇ ਜਿਹੜੇ ਤੁਹਾਡੇ ਕੋਲ ਐਡਵਰਬ ਆਫ ਫ੍ਰੀਕੁਐਂਸੀ ਦੇ ਵਿੱਚ ਆਣਗੇ। ਹੁਣ ਆਪਾਂ ਪਲੇਸ ਤਾਂ ਫੇਰ ਹੀ ਕਰਾਂਗੇ ਨਾ ਜੇ ਆਪਾਂ ਨੂੰ ਪਤਾ ਹੋਇਆ ਕਿ ਕਿਹੜੇ-ਕਿਹੜੇ ਵਰਡ ਐਡਵਰਬ ਆਫ ਫ੍ਰੀਕੁਐਂਸੀ ਦੇ ਵਿੱਚ ਆ ਜਾਂਦੇ ਆ। ਤਾਂ ਇਹ ਆਪਾਂ ਪਹਿਲਾਂ ਹੁਣ ਟਾਈਪ ਦੇ ਵਿੱਚ ਡਿਸਕਸ ਕਰਕੇ ਆਏ। ਇੱਥੇ ਤੁਹਾਨੂੰ ਜਿਹੜਾ ਲਿਖੇ ਹੋਏ ਵਰਡ ਮਿਲ ਰਹੇ ਆ ਦੈਟ ਇਜ਼ ਆਲਵੇਜ਼, often, seldom, rarely, hardly, normally, usually, recently, never, ever, frequently, once, twice, again, monthly। ਤਾਂ ਇਹ ਸਾਰੇ ਦੇ ਸਾਰੇ ਕਿਵੇਂ ਤੁਹਾਡੇ ਕੋਲੇ ਐਡਵਰਬ ਆਫ ਫ੍ਰੀਕੁਐਂਸੀ ਦੇ ਵਿੱਚ ਆ ਜਿਹੜੇ ਆਪਣੇ ਆ ਜਾਂਦੇ ਇਹ ਸਾਰੇ ਵਰਡ ਕੀ ਦੱਸਦੇ ਆ ਜੀ ਫ੍ਰੀਕੁਐਂਸੀ ਦੇ ਲਈ ਯੂਜ਼ ਕੀਤੇ ਜਾਂਦੇ ਆ। ਸੋ ਐਡਵਰਬ ਆਫ ਫ੍ਰੀਕੁਐਂਸੀ ਦੇ ਅੰਦਰ ਜਿਹੜਾ ਆਪਾਂ ਇਹਨਾਂ ਨੂੰ ਪੜ੍ਹਦੇ ਆ ਤਾਂ ਬੇਸਿਕਲੀ ਦੇਖਿਆ ਜਾਵੇ ਤਾਂ ਇਹਨਾਂ ਨੂੰ ਕਿੱਥੇ ਪਲੇਸ ਕੀਤਾ ਜਾਂਦਾ ਹੈ ਬਿਫੋਰ ਦਾ ਵਰਬ ਤੇ ਮੋਡੀਫਾਈ ਤਾਂ ਇਹ ਉਸ ਵਰਬ ਦੇ ਅੱਗੇ ਜਿਹਨੂੰ ਉਹ ਮੋਡੀਫਾਈ ਕਰਨ ਦੇ ਲਈ ਆਪਾਂ ਯੂਜ਼ ਕਰ ਰਹੇ ਹਾਂ। ਸੈਕੰਡ ਚੀਜ਼ ਜਿਹੜੀ ਆਪਾਂ ਨੋਟ ਕਰਾਂਗੇ ਕਿ ਜਿਹੜੇ ਐਡਵਰਬ ਆਫ ਫ੍ਰੀਕੁਐਂਸੀ ਹੁੰਦੇ ਆ ਨਾ ਉਹਨਾਂ ਨੂੰ ਦੋ ਟਾਈਪ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਜਿਵੇਂ ਆਪਾਂ ਸੈਂਟੈਂਸ ਆਪਣੇ ਕੋਲੇ ਇੱਥੇ ਜਿਹੜਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਐਡਵਰਬ ਆਫ ਫ੍ਰੀਕੁਐਂਸੀ ਲਿਖਿਆ ਹੋਇਆ ਤਾਂ ਇਹਨਾਂ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕੀਤਾ। ਵਨ ਇਜ਼ ਇਨਡੈਫੀਨਿਟ ਐਂਡ ਦਾ ਸੈਕੰਡ ਇਜ਼ ਡੈਫੀਨਿਟ। ਹੁਣ ਕੀ ਡਿਫਰੈਂਸ ਹੈ ਇਨਡੈਫੀਨਿਟ ਤੇ ਡੈਫੀਨਿਟ ਦੇ ਵਿੱਚ ਕੀ ਡਿਫਰੈਂਸ ਹੈ ਤਾਂ ਤੁਹਾਡੇ ਕੋਲ ਜਿਹੜੇ ਵਰਡ ਆਲਵੇਜ਼ ਹੋ ਗਿਆ often, seldom, rarely, hardly, normally, usually ਤੇ ਇਹ ਜਿਹੜੇ ਹੈਗੇ ਤੁਹਾਡੇ ਕੋਲ ਕਾਹ ਚ ਆ ਜਾਂਦੇ ਜੀ ਇਨਡੈਫੀਨਿਟ ਫ੍ਰੀਕੁਐਂਸੀ ਦੇ ਵਿੱਚ ਹੈ ਜਿਹੜਾ ਤੁਸੀਂ ਕਾਊਂਟ ਕਰਦੇ ਹੋ। ਸਿਮਿਲਰਲੀ ਤੁਹਾਡੇ ਕੋਲ ਡੈਫੀਨਿਟ ਦੇ ਵਿੱਚ ਕਿਹੜੇ ਵਰਡ ਆਣਗੇ ਤਾਂ ਆਪਾਂ ਯੂਜ਼ ਕਰ ਲੈਣੇ ਜਿਵੇਂ once ਹੋ ਗਿਆ, twice,
ਅਗੇਨ, ਮੰਥਲੀ, ਵੀਕਲੀ ਤਾਂ ਇਹ ਕੀ ਨੇ ਤੁਹਾਡੇ ਕੋਲ ਡੈਫੀਨੇਟ ਵਰਡ ਨੇ, ਡੈਫੀਨੇਟ ਫਾਰਮ ਦੇ ਲਈ ਯੂਜ਼ ਕੀਤੇ ਜਾਣ ਵਾਲੇ ਆ। ਸੋ ਇਹ ਡੈਫੀਨੇਟ ਫ੍ਰੀਕੁਐਂਸੀ ਦੇ ਵਿੱਚ ਆ ਜਿਹੜਾ ਤੁਸੀਂ ਕੰਮ ਕਰਦੇ ਹੋ। ਵਰਬ ਆਫ ਫ੍ਰੀਕੁਐਂਸੀ ਨੂੰ ਦੋ ਟਾਈਪ ਦੇ ਵਿੱਚ ਡਿਵਾਈਡ ਕੀਤਾ ਗਿਆ, ਦੈਟ ਇਜ਼ ਇਨਡੈਫੀਨੇਟ ਐਂਡ ਡੈਫੀਨੇਟ। ਇਨਡੈਫੀਨੇਟ ਦੇ ਵਿੱਚ ਤੁਹਾਡੇ ਕੋਲੇ ਵਰਡ ਆਏ ਜਿਹੜੇ ਆਪਾਂ ਡਿਸਕਸ ਕੀਤੇ ਆ, ਤੇ ਡੈਫੀਨੇਟ ਦੇ ਵਿੱਚ ਤੁਹਾਡੇ ਕੋਲੇ ਵਰਡ ਆਏ ਵਾਂਸ, ਟਵਾਈਸ, ਅਗੇਨ, ਮੰਥਲੀ, ਵੀਕਲੀ ਐਟਸੈਟਰਾ। ਹੁਣ ਇਹਨਾਂ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰਨ ਦਾ ਮੋਟਿਵ ਕੀ ਹੈ? ਕੀ ਚੀਜ਼ ਹੈ ਜਿਹੜੀ ਆਪਾਂ ਇੱਥੋਂ ਸਿੱਖਣੀ ਹੈ? ਹਾਂਜੀ, ਜਿਹੜੀ ਚੀਜ਼ ਤੁਸੀਂ ਨੋਟ ਕਰੋਗੇ ਕਿ ਜਿੱਥੇ ਵੀ ਤੁਹਾਡੇ ਕੋਲ ਕੋਈ ਸੈਂਟੈਂਸ ਮਿਲਦਾ ਹੈ ਤਾਂ ਉਹਦੇ ਇਨਡੈਫੀਨੇਟ ਜਿਹੜੇ ਆਪਣੇ ਕੋਲ ਫ੍ਰੀਕੁਐਂਸੀ ਵਰਡ ਯੂਜ਼ ਕੀਤੇ ਗਏ ਆ, ਤਾਂ ਉਹਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਸੈਂਟੈਂਸ ਪਲੇਸ ਕਰੋਗੇ, ਤਾਂ ਉਹਨਾਂ ਦੀ ਹਮੇਸ਼ਾ ਪੋਜੀਸ਼ਨ ਕੀ ਹੋਏਗੀ? ਬਿਫੋਰ ਮੇਨ verb। ਤਾਂ ਉਹਨਾਂ ਦੀ ਪੋਜੀਸ਼ਨ ਹੈ ਜਿਹੜੀ ਤੁਹਾਡੇ ਕੋਲ ਹੁੰਦੀ ਹੈ ਬਿਫੋਰ ਮੇਨ ਵਰਬ। ਜਾਂ ਤੁਸੀਂ ਸਿੰਪਲ ਕਹਿ ਸਕਦੇ ਹੋ ਹੈਲਪਿੰਗ ਵਰਬ ਤੋਂ ਬਾਅਦ ਦੇ ਵਿੱਚ, ਤਾਂ ਮੇਨ ਵਰਬ ਤੋਂ ਪਹਿਲਾਂ ਜਿਹੜਾ ਤੁਸੀਂ ਯੂਜ਼ ਕਰਦੇ ਹੋ ਵਰਡਸ ਦੈਟ ਇਜ਼ ਰਿਲੇਟਡ ਟੂ ਇਨਡੈਫੀਨੇਟ ਫ੍ਰੀਕੁਐਂਸੀ ਜਾਂ ਫਿਰ ਇਨਡੈਫੀਨੇਟ ਐਡਵਰਬਸ ਆਫ ਫ੍ਰੀਕੁਐਂਸੀ। ਸਿਮਿਲਰਲੀ ਤੁਹਾਡੇ ਕੋਲ ਸੈਕੰਡ ਟਾਈਪ ਹੈ ਦੈਟ ਇਜ਼ ਡੈਫੀਨੇਟ ਐਡਵਰਬ। ਤਾਂ ਡੈਫੀਨੇਟ ਐਡਵਰਬ ਵਿੱਚ ਤੁਹਾਡੇ ਕੋਲ ਕੀ ਆ ਜਾਣਗੇ? ਡੈਫੀਨੇਟ ਐਡਵਰਬਸ ਆਫ ਫ੍ਰੀਕੁਐਂਸੀ ਵਿੱਚ ਆਪਣੇ ਕੋਲ ਵਰਡ ਆ ਜਾਂਦੇ ਜਿਵੇਂ ਵਾਂਸ, ਟਵਾਈਸ, ਅਗੇਨ, ਮੰਥਲੀ, ਵੀਕਲੀ। ਤਾਂ ਹੁਣ ਇਹਨਾਂ ਦਾ ਯੂਜ਼ ਕਿੱਥੇ ਕੀਤਾ ਜਾਏਗਾ? ਇਹ ਚੀਜ਼ ਤੁਸੀਂ ਨੋਟ ਕਰੋਗੇ ਕਿ ਬੇਸਿਕਲੀ ਇਹਨਾਂ ਦਾ ਯੂਜ਼ ਜਿਹੜਾ ਕੀਤਾ ਜਾਂਦਾ ਹੈ ਕਿ ਆਫਟਰ ਮੇਨ ਵਰਬ। ਤਾਂ ਮੇਨ ਵਰਬ ਤੋਂ ਬਾਅਦ ਹੈ ਜਿਹੜਾ ਤੁਸੀਂ ਯੂਜ਼ ਕਰਦੇ ਹੋ ਡੈਫੀਨੇਟ ਐਡਵਰਬਸ ਆਫ ਫ੍ਰੀਕੁਐਂਸੀ ਦਾ। ਤਾਂ ਇਹ ਚੀਜ਼ਾਂ ਜਿਹੜੀ ਤੁਸੀਂ ਨੋਟ ਕਰਨੀ ਹੈ, ਇਹੀ ਬਿਗੇਸਟ ਡਿਫਰੈਂਸ ਹੈ। ਜਦੋਂ ਤੁਸੀਂ ਕੁਐਸਚਨ ਕਰੋਗੇ ਤਾਂ ਉੱਥੇ ਤੁਹਾਨੂੰ ਜਿਹੜੇ ਇਹ ਚੀਜ਼ ਹੈਲਪ ਕਰੇਗੀ ਕਿ ਇਨਡੈਫੀਨੇਟ ਫ੍ਰੀਕੁਐਂਸੀ ਵਾਲੇ ਵਰਡ ਕਿੱਥੇ ਆਉਂਦੇ ਆ ਤੇ ਡੈਫੀਨੇਟ ਫ੍ਰੀਕੁਐਂਸੀ ਵਾਲੇ ਵਰਡ ਨਾਲ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਪਲੇਸ ਕਰਨਾ ਹੈ। ਹਾਂਜੀ, ਤਾਂ ਹੁਣ ਆਪਾਂ ਜਿਹੜਾ ਇਹ ਕਨਸੈਪਟ ਕੀਤਾ ਉਸ ਨਾਲ ਰਿਲੇਟਡ ਆਪਾਂ ਡਿਸਕਸ ਕਰ ਰਹੇ ਹਾਂ ਕੁਝ ਕੁਐਸਚਨ, ਸੋ ਦੈਟ ਤੁਹਾਡਾ ਜਿਹੜਾ ਕਨਸੈਪਟ ਹੈ ਤੁਹਾਨੂੰ ਪਤਾ ਲੱਗੇ ਕਿ ਤੁਹਾਨੂੰ ਕਲੀਅਰ ਹੋਇਆ ਜਾਂ ਫਿਰ ਹਜੇ ਇਹਨੂੰ ਦੁਬਾਰਾ ਜਿਹੜਾ ਕਰਨ ਦੀ ਲੋੜ ਹੈ। ਦੇਖੋ ਜੀ, ਤਾਂ ਕੁਐਸਚਨ ਦੇਖੋ, ਫਰਸਟ ਕੁਐਸਚਨ ਤੇ ਸੈਕੰਡ ਕੁਐਸਚਨ ਦੋ ਕੁਐਸਚਨ ਨੇ ਜਿਹੜੇ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਰਹੇ ਆ। ਪੈਟਰਨ ਤੁਹਾਡਾ ਸੇਮ ਹੀ ਹੈ ਜੋ ਆਪਾਂ ਪਿੱਛੇ ਕਲਾਸਿਸ ਦੇ ਵਿੱਚ ਵੀ ਡਿਸਕਸ ਕਰ ਚੁੱਕੇ ਹਾਂ ਕਿ ਤੁਹਾਡੇ ਕੋਲੇ ਚਾਰ ਪਾਰਟ ਹੋਣਗੇ ਸੈਂਟੈਂਸ ਦੇ, ਤੇ ਤੁਹਾਨੂੰ ਐਰਰ ਸਪੌਟ ਕਰਨ ਦੇ ਲਈ ਕਿਹਾ ਜਾਏਗਾ। ਸੋ ਤੁਸੀਂ ਇਹਨਾਂ ਦੇ ਵਿੱਚ ਬੇਸਿਕਲੀ ਐਰਰ ਹੀ ਸਪੌਟ ਕਰਨੀ ਹੈ। ਸੈਕੰਡ ਬਟ ਆਪਾਂ ਜਿਹੜੀ ਕਲਾਸ ਦੇ ਵਿੱਚ ਡਿਸਕਸ ਕਰ ਦਿੰਦੇ ਹਾਂ ਦੋ ਕੁਐਸਚਨ। ਫਰਸਟ ਹੁੰਦਾ ਤੁਹਾਡੇ ਕੋਲੇ ਐਰਰ ਸਪੌਟਿੰਗ ਦਾ, ਸੈਕੰਡ ਆਪਾਂ ਉਸੇ ਚੀਜ਼ ਨੂੰ ਕਰਨਾ ਹੁੰਦਾ, ਕਰੈਕਟ ਕਰਨਾ ਹੁੰਦਾ, ਦੈਟ ਇਜ਼ ਐਰਰ ਡਿਟੈਕਸ਼ਨ ਐਂਡ ਐਰਰ ਕਰੈਕਸ਼ਨ ਦੇ ਜਿਹੜੇ ਦੋਨੋਂ ਕੁਐਸਚਨ ਆਪਾਂ ਕਲਾਸ ਦੇ ਵਿੱਚ ਸੋਲਵ ਕਰਨੇ ਹੁੰਦੇ। ਹਾਂਜੀ, ਤਾਂ ਚੈੱਕ ਕਰੋ ਤੁਸੀਂ ਫਰਸਟ ਤੇ ਸੈਕੰਡ ਕੁਐਸਚਨ ਤੁਹਾਨੂੰ ਸ਼ੋ ਹੋ ਰਹੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ। ਹਾਂਜੀ, ਇੱਕ ਵਾਰ ਤੁਸੀਂ ਕਰੋਗੇ ਇਸ ਤੋਂ ਬਾਅਦ ਤੁਹਾਨੂੰ ਜਿਹੜਾ ਆਨਸਰ ਹੈ ਇਹਨਾਂ ਦਾ ਮਾਰਕ ਕੀਤਾ ਜਾਏਗਾ। ਹਾਂਜੀ ਦੇਖੋ, ਫਰਸਟ ਕੁਐਸਚਨ, ਮਾਈ ਫਾਦਰ ਕਮਸ often every Sunday, D part ਨੂੰ ਐਰਰ। ਤਾਂ ਹੁਣ ਜੇ ਤੁਹਾਨੂੰ A ਪਾਰਟ ਦੇ ਵਿੱਚ ਐਰਰ ਲੱਗ ਰਹੀ ਹੈ ਤੁਸੀਂ A ਪਾਰਟ ਟਿਕ ਕਰਨਾ ਹੈ, B ਚ ਲੱਗ ਰਹੀ ਹੈ ਤਾਂ B ਟਿਕ ਕਰੋਗੇ, C ਚ ਲੱਗ ਰਹੀ ਹੈ C ਟਿਕ ਕਰੋਗੇ। ਜੇ ਤੁਹਾਨੂੰ ਸੈਂਟੈਂਸ ਬਿਲਕੁਲ ਸਹੀ ਲੱਗ ਰਿਹਾ ਹੈ ਕਿਸੇ ਪਾਰਟ ਚ ਐਰਰ ਨਹੀਂ ਤਾਂ ਤੁਸੀਂ D ਆਨਸਰ ਟਿਕ ਕਰਨਾ ਹੈ, ਦੈਟ ਇਜ਼ ਨੋ ਐਰਰ। ਤਾਂ ਕਿਹੜੇ ਪਾਰਟ ਦੇ ਵਿੱਚ ਐਰਰ ਹੈ? ਹਾਂਜੀ, ਆਈ ਹੋਪ ਤੁਹਾਡਾ ਆਨਸਰ ਆ ਗਿਆ ਹੋਵੇਗਾ। ਤਾਂ ਇਹਦਾ ਆਨਸਰ ਹੈ ਜੀ B। ਤਾਂ B ਪਾਰਟ ਦੇ ਵਿੱਚ ਐਰਰ ਹੈ, ਕਿੱਥੋਂ ਪਤਾ ਲੱਗਿਆ? ਤਾਂ ਤੁਸੀਂ ਚੈੱਕ ਕਰੋ ਕਿ ਇੱਥੇ ਵਰਡ often ਯੂਜ਼ ਕੀਤਾ ਹੈ। ਤੁਹਾਨੂੰ ਦੱਸਿਆ ਕਿ often, always, rarely, ਆਪਣੇ ਕੋਲ usually, normally ਇਹ ਸਾਰੇ ਕੀ ਹੁੰਦੇ ਆ? ਇਨਡੈਫੀਨੇਟ ਐਡਵਰਬਸ ਆਫ ਫ੍ਰੀਕੁਐਂਸੀ ਨੇ। ਇਹ ਕੀ ਨੇ ਤੁਹਾਡੇ ਕੋਲੇ? ਇਨਡੈਫੀਨਿਟ ਐਡਵਰਬ ਆਫ ਫ੍ਰੀਕੁਐਂਸੀ ਦੇ ਵਿੱਚ ਆ ਜਾਂਦੇ ਆ। ਤੇ ਆਪਾਂ ਕੀ ਕੀਤਾ ਕਿ ਇਨਡੈਫੀਨਿਟ ਐਡਵਰਬ ਆਫ ਫ੍ਰੀਕੁਐਂਸੀ ਨੂੰ ਪਲੇਸ ਕੀਤਾ ਜਾਂਦਾ ਹੈ ਆਪਣੇ ਕੋਲੇ ਬਿਫੋਰ ਮੇਨ ਵਰਬ। ਮੇਨ ਵਰਬ ਤੋਂ ਪਹਿਲਾਂ ਤੁਸੀਂ ਇਹਨਾਂ ਜਿਹੜਾ ਪਲੇਸ ਉਹ ਕਰੋਗੇ। ਤਾਂ ਇੱਥੇ ਚੈੱਕ ਕਰੋ, ਮਾਈ ਫਾਦਰ ਕਮਸ। ਤਾਂ ਕਮਸ ਕੀ ਹੈ? ਇੱਥੇ ਵਰਬ ਹੈ ਨਾ, ਮੇਨ ਵਰਬ ਤਾਂ ਤੁਹਾਡੇ ਕੋਲ ਇਹੀ ਹੈ। ਮੇਨ ਵਰਬ ਤੋਂ ਪਹਿਲਾਂ ਇਹਨਾਂ ਨੂੰ ਤੁਸੀਂ ਪਲੇਸ ਕਰਨਾ ਸੀ, ਬਟ ਇੱਥੇ ਕੀ ਕੀਤਾ ਜਾ ਰਿਹਾ ਬਾਅਦ ਦੇ ਵਿੱਚ। ਸੋ ਇੱਥੇ ਤੁਹਾਡੇ ਕੋਲੇ ਗਲਤੀ ਹੈ ਤੇ ਤੁਸੀਂ often ਨੂੰ ਪਲੇਸ ਕਰੋਗੇ ਬਿਫੋਰ ਮੇਨ ਵਰਬ, ਦੈਟ ਇਜ਼ ਇੱਥੇ ਯੂਜ਼ ਹੋਊਗਾ, ਤੁਸੀਂ ਯੂਜ਼ ਕਰੋਗੇ often comes, often comes, ਨਾ ਕਿ comes often। ਤਾਂ ਇਹ ਹੈ ਜਿਹੜਾ ਤੁਹਾਡੇ ਕੋਲੇ ਵੀ ਹੈ ਜਿਹੜਾ ਫਰੇਜ਼, ਇਸ ਤਰੀਕੇ ਨਾਲ ਤੁਸੀਂ ਰਿਪਲੇਸ ਕਰ ਦੋਗੇ ਵਰਡਸ ਨੂੰ। often ਦਾ ਯੂਜ਼ ਕੀਤਾ ਜਾਏਗਾ ਬਿਫੋਰ ਵਰਡ comes। ਤਾਂ ਇਹ ਜਿਹੜੀ ਤੁਹਾਡੀ ਇੱਥੇ ਐਰਰ ਸੀ। ਅੱਗੇ ਦੇਖੋਗੇ ਜੀ ਸੈਕੰਡ ਨੰਬਰ ਕੁਐਸਚਨ, ਚੈੱਕ ਕਰੋ ਕੀ ਚੀਜ਼ ਦੇ ਵਿੱਚ ਐਰਰ ਹੈ। ਹਾਂਜੀ, he goes usually to the movie every Saturday, D ਪਾਰਟ ਹੈ ਜੀ ਤੁਹਾਡਾ no error। ਤਾਂ ਚੈੱਕ ਕਰੋਗੇ ਕਿਹੜੇ ਪਾਰਟ ਦੇ ਵਿੱਚ ਐਰਰ ਹੈ ਪਲੱਸ ਉਸ ਪਾਰਟ ਨੂੰ ਜਿਹੜਾ ਤੁਸੀਂ ਕਰੈਕਟ ਕਰਨਾ ਹੈ। ਹਾਂਜੀ, ਆਈ ਹੋਪ ਤੁਹਾਡਾ ਆਨਸਰ ਆ ਗਿਆ ਹੋਵੇਗਾ। ਤਾਂ ਆਨਸਰ ਕੀ ਹੈ ਤੁਹਾਡਾ ਇੱਥੇ? A ਪਾਰਟ ਦੇ ਵਿੱਚ ਐਰਰ ਹੈ। ਸੋ ਕੀ ਐਰਰ ਹੈ? ਹਾਂਜੀ, ਤਾਂ ਐਰਰ ਨੂੰ ਕਰੈਕਟ ਕਰਾਂਗੇ ਤਾਂ ਦੇਖੋ ਇੱਥੇ ਆਪਣੇ ਕੋਲੇ ਵਰਡ ਯੂਜ਼ ਕੀਤਾ ਆਪਾਂ ਯੂਜ਼ੁਅਲੀ ਦਾ। ਅਗੇਨ ਯੂਜ਼ੁਅਲੀ ਕੀ ਹੈ? ਇਨਡੈਫੀਨੇਟ ਐਡਵਰਬ ਆਫ ਫ੍ਰੀਕੁਐਂਸੀ ਹੈ। ਤੇ ਪਲੇਸ ਕਿੱਥੇ ਕੀਤੀ ਜਾਂਦੀ ਹੈ? ਮੇਨ ਵਰਬ ਤੋਂ ਪਹਿਲਾਂ ਬਿਫੋਰ ਮੇਨ ਵਰਬ। ਸੋ ਇੱਥੇ ਐਰਰ ਕੀ ਹੋਈ ਤੁਹਾਡੇ ਕੋਲੇ? ਯੂਜ਼ੁਅਲੀ ਹੈ ਜਿਹੜਾ ਗੋਸ ਮੇਨ ਵਰਬ ਤੋਂ ਬਾਅਦ ਵਿੱਚ ਪਲੇਸ ਕੀਤਾ ਹੋਇਆ ਹੈ। ਅਗੇਨ ਤੁਸੀਂ ਕਿੱਥੇ ਪਲੇਸ ਕਰੋਗੇ ਇਹਨੂੰ? ਬਿਫੋਰ ਮੇਨ ਵਰਬ, ਦੈਟ ਇਜ਼ he usually goes to the movie every Saturday। ਤਾਂ ਇਸ ਤਰੀਕੇ ਨਾਲ ਜਿਹੜਾ ਤੁਸੀਂ ਇਹ ਵਾਲਾ ਸੈਂਟੈਂਸ ਬਣਾਉਣਾ ਹੈ। ਤਾਂ ਆਈ ਹੋਪ ਤੁਹਾਡਾ ਜਿਹੜਾ ਇਹ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਕਿ ਇਨਡੈਫੀਨੇਟ ਤੇ ਡੈਫੀਨੇਟ ਐਡਵਰਬ ਆਫ ਫ੍ਰੀਕੁਐਂਸੀ ਦੇ ਵਿੱਚ ਕੀ ਡਿਫਰੈਂਸ ਹੈ। ਹੁਣ ਆਪਾਂ ਇਨਡੈਫੀਨੇਟ ਐਡਵਰਬ ਆਫ ਫ੍ਰੀਕੁਐਂਸੀ ਨਾਲ ਰਿਲੇਟਡ ਦਾ ਕੁਐਸਚਨ ਸੋਲਵ ਕਰ ਲਈ। ਤੇ ਡੈਫੀਨੇਟ ਵਾਲਾ ਜੇ ਤੁਹਾਨੂੰ ਕੋਈ ਕੁਐਸਚਨ ਆ ਜਾਏ, ਚੈੱਕ ਕਰੋ ਆ ਕੁਐਸਚਨ ਸੋਲਵ ਕਰਨਾ ਹੈ। ਹਾਂਜੀ, ਤਾਂ ਹਿੰਟ ਤੁਹਾਨੂੰ ਮਿਲ ਗਈ ਕਿ ਡੈਫੀਨੇਟ ਐਡਵਰਬ ਆਫ ਫ੍ਰੀਕੁਐਂਸੀ ਇੱਥੇ ਯੂਜ਼ ਹੋ ਰਹੀ ਹੈ। ਤਾਂ ਹੁਣ ਉੱਥੇ ਪਲੇਸ ਕਿੱਥੇ ਹੋਊਗੀ ਉਹ, ਇਹ ਚੀਜ਼ ਤੁਸੀਂ ਚੈੱਕ ਕਰਨੀ। ਦੇਖੋ ਜੀ,
ही ट्वाइस स्कोर्ड इन सेकंड हाफ स्टॉपेज टाइम। तो चेक करो किहड़े पार्ट दे विच एरर है। आंसर आ गया होएगा तो आंसर की है ਤੁਹਾਡਾ ए है। तो ए पार्ट ਦੇ ਵਿੱਚ एरर है। की एरर है? ਤੁਸੀਂ यूज ਕੀਤਾ वर्ड ट्वाइस। ट्वाइस की है इथे एडवर्ब ऑफ फ्रीक्वेंसी है, बट ये यूज किहदे ਲਈ ਕੀਤਾ ਗਿਆ? ਕਿਹੜੀ एडवर्ब ऑफ फ्रीक्वेंसी है? डेफिनेट या इंडेफिनेट? ए है डेफिनेट एडवर्ब ऑफ फ्रीक्वेंसी। डेफिनेट एडवर्ब ऑफ फ्रीक्वेंसी है, प्लेस की जाएगी आफ्टर मेन वर्ब। तो मेन वर्ब तो बाद स्कोर्ड है, मेन वर्ब है तो ਤੁਸੀਂ ਇਹ ਤੋਂ ਬਾਅਦ प्लेस करोगे तो ਤੁਹਾਡੇ ਕੋਲ ਕੀ ਆਉਣਾ ਚਾਹੀਦਾ ਹੈ? ਕਿ scored twice। ਤਾਂ ਇਹ ਪਾਰਟ ਹੈ ਜਿਹੜਾ ਤੁਹਾਡਾ ਇਸ ਤਰੀਕੇ ਨਾਲ ਫਰੇਜ਼ ਸਹੀ ਹੋਏਗੀ। ਇਹ ਚੀਜ਼ ਹੈ ਜਿਹੜੀ ਤੁਹਾਡੀ ਰੋਂਗ ਹੈ। ਤੁਸੀਂ ਟਵਾਈਸ ਹੈ ਜਿਹੜਾ ਬਾਅਦ ਦੇ ਵਿੱਚ ਯੂਜ਼ ਕਰੋਗੇ, ਪਹਿਲਾਂ ਯੂਜ਼ ਨਹੀਂ ਕੀਤਾ ਜਾ ਸਕਦਾ ਮੇਨ ਵਰਬ ਤੋਂ। ਬਟ ਜੇ ਇੱਥੇ ਇਹ ਐਡਵਰਬ ਆਫ ਫ੍ਰੀਕੁਐਂਸੀ ਆਪਣੇ ਕੋਲ ਇੰਡੈਫੀਨਿਟ ਟਾਈਪ ਦੀ ਹੁੰਦੀ, ਫਿਰ ਉਹ ਮੇਨ ਵਰਬ ਤੋਂ ਪਹਿਲਾਂ ਨਹੀਂ ਆਉਣੀ ਸੀ, ਫਿਰ ਉਹ ਸਹੀ ਹੋਣਾ ਸੀ। ਇੱਥੇ ਤੁਹਾਡੇ ਕੋਲ ਇਹ ਡੈਫੀਨਿਟ ਟਾਈਪ ਦੀ ਹੈ, ਸੋ ਇਹਨੂੰ ਤੁਸੀਂ ਪਲੇਸ ਕਰੋਗੇ ਆਫਟਰ ਮੇਨ ਵਰਬ, ਸਕੋਰਡ ਤੋਂ ਬਾਅਦ ਜਿਹੜਾ ਯੂਜ਼ ਕੀਤਾ ਜਾਊਗਾ। ਤਾਂ ਇਹ ਸੀ ਜੀ ਤੁਹਾਡਾ ਅੱਜ ਦਾ ਟੌਪਿਕ ਜਿਹੜਾ ਆਪਾਂ ਡਿਸਕਸ ਕੀਤਾ ਐਡਵਰਬ ਨਾਲ ਰਿਲੇਟਡ। ਆਈ ਹੋਪ ਤੁਹਾਨੂੰ ਜਿਹੜਾ ਟੌਪਿਕ ਹੈ ਉਹ ਚੰਗੇ ਤਰੀਕੇ ਨਾਲ ਸਮਝ ਆ ਗਿਆ ਹੋਊਗਾ, ਬਿਕਾਜ਼ ਆਪਾਂ ਅੱਜ ਦੇ ਕਲਾਸ ਦੇ ਵਿੱਚ ਬੇਸਿਕ ਜਿਹੀ ਟੌਪਿਕ ਕੀਤਾ ਦੈਟ ਇਜ਼ ਰਿਲੇਟਡ ਟੂ ਐਡਵਰਬ ਆਫ ਫ੍ਰੀਕੁਐਂਸੀ। ਫਰਸਟ ਆਪਾਂ ਡਿਸਕਸ ਕੀਤੀ ਹੈ ਡੈਫੀਨੇਸ਼ਨ ਆਫ ਐਡਵਰਬ। ਤਾਂ ਇੱਕ ਵਾਰ ਜਿਹੜਾ ਤੁਹਾਨੂੰ ਜਿੰਨਾ ਵੀ ਕਨਸੈਪਟ ਆਪਾਂ ਕੀਤਾ ਗੋ ਥਰੂ ਕਰ ਲੈਂਦੇ ਆ, ਸੋ ਦੈਟ ਤੁਹਾਡੇ ਕੋਲ ਜਿਹੜਾ ਕਨਸੈਪਟ ਆਪਾਂ ਕੀਤਾ ਹੈ ਰਿਵਾਈਜ਼ ਹੋ ਜਾਣ। ਹਾਂਜੀ, ਤਾਂ ਐਡਵਰਬ ਦੀ ਡੈਫੀਨੇਸ਼ਨ ਚੈੱਕ ਕੀਤੀ। ਐਸ ਪਰ ਡੈਫੀਨੇਸ਼ਨ ਦੇ ਵਿੱਚ ਹੀ ਆਪਾਂ ਦੇਖਿਆ ਕਿ ਇੱਕ ਸੈਕੰਡ ਡੈਫੀਨੇਸ਼ਨ ਜਿਹੜੀ ਕਿ ਆਪਣੇ ਕੋਲੇ ਥੋੜੀ ਜਿਹੀ ਈਜ਼ੀ ਸੀ ਜਾਂ ਸਿੰਪਲ ਲੈਂਗੁਏਜ ਦੇ ਵਿੱਚ ਲਿਖੀ ਹੋਈ ਸੀ। ਕੀ ਹੁੰਦੇ ਐਡਵਰਬ? ਜਿਹੜੇ ਕਿ ਆਪਣੇ ਕੋਲੇ ਵਰਡ ਯੂਜ਼ ਕੀਤੇ ਜਾਂਦੇ ਆ ਵਰਬ, ਐਡਜੈਕਟਿਵ ਜਾਂ ਅਨਦਰ ਐਡਵਰਬ ਨੂੰ ਡਿਸਕ੍ਰਾਈਬ ਕਰਨ ਦੇ ਲਈ, ਉਸ ਨੂੰ ਤੁਸੀਂ ਕਹਿ ਦਿੰਦੇ ਹੋ ਜੀ ਐਡਵਰਬ। ਤਾਂ ਇਹਦੇ ਨਾਲ ਰਿਲੇਟਡ ਆਪਾਂ ਸੈਂਟੈਂਸਸ ਬਣਾਏ ਆ ਕਿ ਕਿੱਥੇ ਉਹ ਵਰਡ ਆਪਣੇ ਕੋਲੇ ਕਿਸੇ ਵਰਬ ਨੂੰ ਡਿਸਕ੍ਰਾਈਬ ਕਰ ਰਿਹਾ, ਕਿੱਥੇ ਤੁਸੀਂ ਐਡਵਰਬ ਨੂੰ ਯੂਜ਼ ਕਰ ਰਹੇ ਹੋ ਟੂ ਡਿਸਕ੍ਰਾਈਬ ਐਨ ਐਡਜੈਕਟਿਵ, ਕਿੱਥੇ ਤੁਸੀਂ ਐਡਵਰਬ ਦਾ ਯੂਜ਼ ਕਰ ਰਹੇ ਹੋ ਟੂ ਡਿਸਕ੍ਰਾਈਬ ਅਨਦਰ ਐਡਵਰਬ। ਤਾਂ ਇਸ ਨਾਲ ਰਿਲੇਟਡ ਆਪਾਂ ਜਿਹੜੇ ਐਗਜ਼ਾਮਪਲਸ ਨੇ ਉਹ ਡਿਸਕਸ ਕੀਤੇ ਆ। ਦੈਨ ਵੀ ਡਿਸਕਸ ਦਾ ਟਾਈਪਸ ਆਫ ਐਡਵਰਬ। ਤਾਂ ਟਾਈਪਸ ਆਫ ਐਡਵਰਬ ਦੇ ਵਿੱਚ ਆਪਾਂ 8 ਟਾਈਪਸ ਹੈ ਜਿਹੜੀਆਂ ਡਿਸਕਸ ਕੀਤੀਆਂ, ਵਨ ਬਾਏ ਵਨ ਹਰ ਇੱਕ ਟਾਈਪ ਹੈ ਜਿਹੜੀ ਉਹ ਡਿਸਕਸ ਕੀਤੀ ਹੈ। ਤੁਹਾਨੂੰ ਇਹ ਚੰਗੇ ਤਰੀਕੇ ਨਾਲ ਜਿਹੜੀ ਸਮਝ ਆ ਗਈ, ਬਿਕਾਜ਼ ਆਪਾਂ ਉੱਥੇ ਹੈ ਜਿਹੜੀ ਗੋ ਥਰੂ ਵੀ ਕਰ ਲਈ ਸੀ। ਤਾਂ ਐਡਵਰਬ ਆਫ ਟਾਈਮ, ਐਡਵਰਬ ਆਫ ਮੈਨਰ, ਐਡਵਰਬ ਆਫ ਪਲੇਸ, ਐਡਵਰਬ ਆਫ ਡਿਗਰੀ, एडवर्ब ऑफ फ्रीक्वेंसी, एडवर्ब ऑफ रीजन, एडवर्ब ऑफ अपने को रिलेटिव एडवर्ब होगी चाहे डेरिवेटिव एडवर्ब, और एडवर्ब ऑफ निगेशन और एफर्मेशन। ये 8 टाइप्स ने ਜਿਹੜੀਆਂ ਤੁਹਾਡੇ ਕੋਲੇ ਐਡਵਰਬ ਦੇ ਵਿੱਚ ਆ ਜਾਂਦੀਆਂ। ਸਿਮਿਲਰਲੀ ਆਪਾਂ ਡਿਸਕਸ ਕੀਤਾ ਸੀ ਡਿਫਰੈਂਸ। ਕਿਹਦਾ ਡਿਫਰੈਂਸ ਜੀ? ਐਡਜੈਕਟਿਵ ਤੇ ਐਡਵਰਬ ਦਾ। ਆਈ ਹੋਪ ਤੁਹਾਨੂੰ ਡਿਫਰੈਂਸ ਹੈ ਜਿਹੜਾ ਕਲੀਅਰ ਹੋ ਗਿਆ ਹੋਵੇਗਾ, ਤੇ ਅੱਜ ਤੋਂ ਬਾਅਦ ਜਿਹੜਾ ਤੁਸੀਂ ਕਦੇ ਵੀ ਐਡਜੈਕਟਿਵ ਤੇ ਐਡਵਰਬ ਦੇ ਵਿੱਚ ਕਨਫਿਊਜ਼ ਨਹੀਂ ਹੋਵੋਗੇ। ਤਾਂ ਆਪਾਂ ਜਿਹੜਾ ਹੈ ਉਹਨੂੰ ਬਹੁਤ ਚੰਗੇ ਤਰੀਕੇ ਨਾਲ ਜਿਹੜਾ ਉਹ ਡਿਸਕਸ ਕੀਤਾ ਹੈ। ਐਗਜ਼ਾਮਪਲਸ ਜਿਹੜੀਆਂ ਆਪਾਂ ਹੁਣ ਡਿਸਕਸ ਕਰਕੇ ਚੱਲਿਆ ਨਾਲ ਤਾਂ ਜਿਹੜਾ ਕੰਸੈਪਟ ਆ ਪਤਾ ਲੱਗ ਜਾਏ ਕਿ ਕਿਸ ਤਰੀਕੇ ਨਾਲ ਜਿਹੜਾ ਆਪਣਾ ਚੱਲਦਾ ਹੈ। ਹਾਂਜੀ, ਤਾਂ ਅੱਗੇ ਆਪਾਂ ਡਿਸਕਸ ਕੀਤਾ ਦਾ ਮੋਸਟ ਇੰਪੋਰਟੈਂਟ ਟੌਪਿਕ ਦੈਟ ਇਜ਼ ਐਡਵਰਬ ਆਫ ਫ੍ਰੀਕੁਐਂਸੀ ਦਾ ਯੂਜ਼ ਜਿਹੜਾ ਤੁਸੀਂ ਸੈਂਟੈਂਸ ਵਿੱਚ ਕਿਸ ਤਰੀਕੇ ਨਾਲ ਕਰਨਾ ਹੈ। ਐਡਵਰਬ ਆਫ ਫ੍ਰੀਕੁਐਂਸੀ ਨੂੰ ਆਪਾਂ ਦੋ ਟਾਈਪ ਦੇ ਵਿੱਚ ਡਿਵਾਈਡ ਕੀਤਾ, ਵਨ ਇਜ਼ ਇੰਡੈਫੀਨਿਟ ਐਂਡ ਸੈਕੰਡ ਇਜ਼ ਡੈਫੀਨਿਟ। ਇਸ ਤੋਂ ਬਾਅਦ ਚੈੱਕ ਕੀਤਾ ਕਿ ਇੰਡੈਫੀਨਿਟ ਨੂੰ ਹਮੇਸ਼ਾ ਤੁਸੀਂ ਸੈਂਟੈਂਸ ਦੇ ਵਿੱਚ ਪਲੇਸ ਕਰੋਗੇ ਮੇਨ ਵਰਬ ਤੋਂ ਪਹਿਲਾਂ। ਸੈਕੰਡ ਆਪਾਂ ਚੈੱਕ ਕੀਤਾ ਕਿ ਡੈਫੀਨਿਟ ਐਡਵਰਬ ਹੋਣਗੀਆਂ ਜਿਹੜੀਆਂ ਉਹਨਾਂ ਨੂੰ ਪਲੇਸ ਕੀਤਾ ਜਾਏਗਾ ਮੇਨ ਵਰਬ ਤੋਂ ਬਾਅਦ ਦੇ ਵਿੱਚ। ਤਾਂ ਇਹ ਸੀ ਜਿਹੜਾ ਆਪਾਂ ਕੰਸੈਪਟ ਅੱਜ ਡਿਸਕਸ ਕੀਤਾ। ਇਹਨਾਂ ਰਿਲੇਟਡ ਜਿਹੜੇ ਕੁਐਸਚਨ ਨੇ ਆਪਾਂ 3 ਕੁਐਸਚਨ ਜਿਹੜੇ ਉਹ ਡਿਸਕਸ ਕੀਤੇ ਆ। ਆਈ ਹੋਪ ਤੁਹਾਡੇ ਜਿਹੜੇ ਇਹ ਕੁਐਸਚਨ ਆ ਉਹ ਬਣੇ ਹੋਣਗੇ। ਤੇ ਅੱਗੇ ਆਪਾਂ ਡਿਸਕਸ ਕਰਾਂਗੇ ਨੈਕਸਟ ਟੌਪਿਕ ਐਡਵਰਬ। ਬਹੁਤ ਹੀ ਹੈ ਜਿਹੜਾ ਆਪਣੇ ਕੋਲੇ ਸਿੰਪਲ ਕਹਿ ਸਕਦੇ ਇੰਟਰਸਟਿੰਗ ਟੌਪਿਕ ਹੈ। ਜਿਵੇਂ ਜਿਵੇਂ ਕਰਾਂਗੇ ਤਾਂ ਤੁਹਾਨੂੰ ਇਹਦੇ ਵਿੱਚ ਇੰਟਰਸਟ ਹੈ ਜਿਹੜਾ ਆਪਣੇ ਆਪ ਆਏਗਾ। ਤਾਂ ਆਈ ਹੋਪ ਤੁਹਾਡੀ ਕਲਾਸ ਹੈ ਜਿਹੜੀ ਇਹ ਤੁਹਾਨੂੰ ਵਧੀਆ ਲੱਗੀ ਹੋਏਗੀ। ਜੇ ਤੁਹਾਨੂੰ ਕਲਾਸ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਐਂਡ ਜਿਹੜਾ ਚੈਨਲ ਨੂੰ ਆਪਣਾ ਸਬਸਕ੍ਰਾਈਬ ਜ਼ਰੂਰ ਕਰਨਾ ਹੈ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲੈਣਾ ਤਾਂ ਜੋ ਤੁਹਾਨੂੰ ਜਿਹੜਾ ਇਸ ਚੀਜ਼ ਦੀ ਪੀਡੀਐਫ ਹੈ ਜਿਹੜੀ ਜੋ ਵੀ ਤੁਹਾਨੂੰ ਪੜਾਇਆ ਜਾ ਰਿਹਾ ਉਹ ਮਿਲਦੀ ਰਹੇ। ਓਕੇ ਜੀ, ਮਿਲਦੇ ਹਾਂ ਨੈਕਸਟ ਸੈਸ਼ਨ ਦੇ ਵਿੱਚ। ਥੈਂਕ ਯੂ।